पिघला दे जंजीरें बना उनकी शमशीरें कर हर मैदान फतेह ओ बंदिया कर हर मैदान फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਮੈਂ ਤੁਹਾਡਾ ਆਪਣਾ ਪਾਵੇਲ ਅਗਸਟਸ ਸੋ ਬਹੁਤ ਸਵਾਗਤ ਕਰਦਾ ਮੈਂ ਤੁਹਾਡਾ ਬਹੁਤ ਜੀ ਆਇਆਂ ਨੂੰ ਕਹਿੰਦਾ ਤੁਹਾਨੂੰ ਤੁਹਾਡੇ ਆਪਣੇ ਚੈਨਲ ਪਰਚਮ ਪੰਜਾਬ ਨਿਊਜ਼ ਦੇ ਵਿੱਚ। ਦਰਸ਼ਕੋ ਅਸੀਂ ਇੱਕ ਵਾਰੀ ਫਿਰ ਹਾਜ਼ਰ ਹਾਂ, ਅਸੀਂ ਲੈ ਕੇ ਤੁਹਾਡੇ ਕੋਲ ਇੱਕ ਨਵੀਂ ਅਪਡੇਟ। ਔਰ ਅੱਜ ਅਸੀਂ ਪਹੁੰਚੇ ਹਾਂ ਢਿਲਵਾਂ ਜੀਟੀ ਰੋਡ ਦੇ ਉੱਪਰ ਜੋ ਕਿ ਮੇਨ ਹਾਈਵੇ ਹੈ ਜਲੰਧਰ ਤੋਂ ਅੰਮ੍ਰਿਤਸਰ ਹਾਈਵੇ। ਔਰ ਇੱਕ ਟੋਲ ਟੈਕਸ ਦੇ ਲਾਗੇ ਇੱਕ ਨੌਜਵਾਨ ਵੀਰ ਵੱਲੋਂ ਇੱਕ ਆਪਣਾ ਫੂਡ ਜੋ ਪੀਜ਼ਾ ਫੈਕਟਰੀ, ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਉਹਨਾਂ ਨੇ ਆਪਣਾ ਇੱਕ ਬਿਜ਼ਨਸ ਸਟਾਰਟਅਪ ਕੀਤਾ ਜੋ ਕਿ ਬਹੁਤ ਘੱਟ ਸਮੇਂ ਦੇ ਵਿੱਚ ਇੱਕ ਬਹੁਤ ਲੋਕ ਇਸ ਤੋਂ ਇੰਸਪੀਰੇਸ਼ਨ ਲੈ ਰਹੇ ਨੇ। ਉਹ ਬਹੁਤ ਜਲਦੀ ਇਹਨਾਂ ਨੇ ਆਪਣਾ ਜਿਹੜਾ ਬਿਜ਼ਨਸ ਉਹ ਗਰੋ ਕੀਤਾ ਆ ਔਰ ਇਹ ਇਲਾਕੇ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ। ਔਰ ਅਗਰ ਆਪਾਂ ਗੱਲ ਕਰਦੇ ਹਾਂ ਅੱਜ ਨੌਜਵਾਨ ਵੀਰਾਂ ਦੀ, ਜੋ ਕਿ ਅੱਜ ਨੌਜਵਾਨ ਸਾਡੇ ਲੱਖਾਂ ਰੁਪਏ ਲਗਾ ਕੇ ਬਾਹਰ ਫੋਰਨ ਜਾ ਰਹੇ ਨੇ, ਪੈਲੀ ਵੇਚ ਕੇ ਜਾਂ ਲੋਨ 'ਤੇ ਪੈਸੇ ਲੈ ਕੇ ਬਾਹਰ ਨੂੰ ਜਾ ਰਹੇ ਨੇ। ਕਈ ਵਾਰ ਏਜੰਟ ਹੀ ਉਹਨਾਂ ਨੂੰ ਧੋਖਾ ਕਰ ਲੈਂਦਾ ਹੈ। ਅਤੇ ਅੱਜ ਇਹ ਇੱਕ ਮਿਸਾਲ ਬਣੇ ਨੇ ਸਾਡੇ ਨੌਜਵਾਨਾਂ ਦੇ ਲਈ, ਜੋ ਉਹਨਾਂ ਨੇ ਇੱਕ ਮਤਲਬ ਇਹ ਦੱਸਣਾ ਚਾਹ ਰਹੇ ਨੇ ਕਿ ਪੰਜਾਬ ਦੇ ਵਿੱਚ ਰਹਿ ਕੇ ਵੀ ਅਗਰ ਆਪਾਂ ਕ੍ਰੀਏਟਿਵ ਹੈਗੇ, ਅਗਰ ਜ਼ਿੰਦਗੀ 'ਚ ਤੁਹਾਡਾ ਕੋਈ ਟੀਚਾ ਹੈਗਾ ਕੁਛ ਕਰਨ ਦਾ, ਤਾਂ ਆਪਾਂ ਕੁਛ ਕਰ ਸਕਦੇ ਹਾਂ। ਅਤੇ ਅੱਜ ਸਾਨੂੰ ਮੌਕਾ ਮਿਲਿਆ ਸਾਡੇ ਮਾਣਯੋਗ ਜੋ ਮੁਹੱਬਤਪ੍ਰੀਤ ਸਿੰਘ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ, ਜਿਨ੍ਹਾਂ ਨੇ ਇੱਕ ਬਹੁਤ ਘੱਟ ਸਮੇਂ ਦੇ ਵਿੱਚ ਇੱਕ ਆਪਣਾ ਬਿਜ਼ਨਸ ਜਿਹੜਾ ਸਟੈਂਡ ਕੀਤਾ ਆ। ਆਓ ਉਹਨਾਂ ਨਾਲ ਮਿਲ ਕੇ ਆਪਾਂ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਇਹ ਵੀ ਦਿਖਾਉਂਦੇ ਕਿ ਕਿਸ ਤਰੀਕੇ ਦੇ ਨਾਲ ਸਾਰੀ ਪ੍ਰੈਪਰੇਸ਼ਨ ਕਰਦੇ ਨੇ ਫੂਡ ਵਗੈਰਾ ਦੇ ਵਿੱਚ, ਕਿਵੇਂ ਉਹ ਯਾਨੀ ਕਿ ਆਪਣਾ ਸਾਰਾ ਤਿਆਰੀ ਕਰਦੇ ਨੇ, ਕੀ ਤਿਆਰ ਕਰਦੇ ਨੇ, ਉਹਦੇ ਬਾਰੇ ਵੀ ਜਾਣਦੇ ਹਾਂ। ਆਓ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੁਹੱਬਤ ਜੀ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਬੈਕਗਰਾਊਂਡ ਬਾਰੇ ਜਾਣਨਾ ਚਾਹੁੰਦੇ ਹਾਂ, ਤੁਹਾਡੀ ਸਕੂਲਿੰਗ ਬਾਰੇ, ਤੁਹਾਡੀ ਐਜੂਕੇਸ਼ਨ ਬਾਰੇ। ਤੁਸੀਂ ਕਿੱਥੋਂ ਪੜ੍ਹੇ ਹੋ, ਕਿੰਨਾ ਪੜ੍ਹੇ? ਰਾਈਟ, ਸੋ ਵਾਹਿਗੁਰੂ ਜੀ ਕਾ ਖਾਲਸਾ ਐਂਡ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਈ ਮਾਈਸੈਲਫ ਮਾਈ ਨੇਮ ਇਜ਼ ਮੁਹੱਬਤਦੀਪ ਸਿੰਘ ਚੀਮਾ। ਬੇਸਿਕਲੀ ਅਸੀਂ ਪੰਜਾਬ ਤੋਂ ਹੀ ਹਾਂ। ਆਈ ਐਮ ਫਰੋਮ ਪੰਜਾਬ। ਆਈ ਵਾਜ਼ ਬੋਰਨ ਇਨ ਹੇਅਰ ਇਨ ਪੰਜਾਬ ਐਂਡ ਬੌਟ ਅਪ ਇਨ ਨਿਊ ਦਿੱਲੀ। So I did my schooling from Delhi and my education from Delhi itself, and then I started working with different organizations like Dell. I worked with Dell for a couple of years with American Express and with a few other MNCs, multinational companies I've worked with. So right, and that's all about my introduction. ਅਤੇ ਜਿਵੇਂ ਕਿ ਮੁਹੱਬਤ ਜੀ ਤੁਸੀਂ ਦੱਸਿਆ ਕਿ ਤੁਸੀਂ ਦਿੱਲੀ ਦੇ ਵਿੱਚ ਵੱਡੇ ਹੋਏ, ਆਪਣੀ ਸਕੂਲਿੰਗ ਵਗੈਰਾ ਉੱਥੇ ਕੀਤੀ, ਔਰ ਤੁਸੀਂ ਕਾਫੀ ਬਿਜ਼ਨਸ ਅਲੱਗ-ਅਲੱਗ ਲੋਕਾਂ ਦੇ ਨਾਲ ਕੀਤੇ, ਅਲੱਗ-ਅਲੱਗ ਜਗ੍ਹਾਵਾਂ 'ਤੇ ਕੰਮ ਕੀਤਾ, ਔਰ ਤੁਸੀਂ ਫੋਰਨ ਦੇ ਵਿੱਚ ਵੀ ਕੰਮ ਕੀਤਾ ਹੈ। ਔਰ ਜਿਵੇਂ ਕਿ ਅੱਜ ਤੁਸੀਂ ਪੀਜ਼ਾ ਫੈਕਟਰੀ ਦਾ ਨਾਮ ਤੋਂ ਇੱਕ ਢਿਲਵਾਂ ਟੋਲ ਦੇ ਲਾਗੇ ਜੋ ਆਪਣਾ ਇਹ ਬਿਜ਼ਨਸ ਸਟਾਰਟ ਕੀਤਾ ਹੈ, ਇਹਦੇ ਬਾਰੇ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਇਸ ਦੀ ਸ਼ੁਰੂਆਤ ਕਿਵੇਂ ਹੋਈ? ਸ਼ੋਰ, ਐਕਚੁਅਲੀ ਕਹਿੰਦੇ ਨਾ ਨੀਡ ਇਜ਼ ਦੀ ਮਦਰ ਆਫ ਇਨਵੈਂਸ਼ਨ। ਹਮੇਸ਼ਾ ਜੇ ਕਹਾਵਤ ਹੈਗੀ ਹੈ ਇੱਕ ਅੰਗਰੇਜ਼ੀ ਦੀ, ਜਦੋਂ ਆਪਾਂ ਪੰਜਾਬੀ 'ਚ ਵੀ ਕਹਿ ਦਈਏ ਕਿ ਜ਼ਰੂਰਤ ਜਦੋਂ ਆਉਂਦੀ ਹੈ ਇਨਸਾਨ ਦੇ ਉੱਤੇ ਤਾਂ ਇਨਸਾਨ ਉਦੋਂ ਕੁਛ ਵੀ ਕਰ ਸਕਦਾ ਆ। ਅਤੇ ਇੱਕ ਜ਼ਰੂਰਤ ਸੀਗੀ ਇਸ ਏਰੀਆ ਨੂੰ ਵੀ ਅਤੇ ਮੈਨੂੰ ਵੀ, ਕਿਉਂਕਿ ਜਦੋਂ ਮੈਂ ਲੋਕਡਾਊਨ ਦੇ ਟਾਈਮ 'ਤੇ ਆਪਣੀ ਜੋਬ ਛੁੱਟੀ ਮੇਰੀ ਅਤੇ ਮੈਂ ਵਾਪਸ ਆਇਆ ਇੱਧਰ, ਅਤੇ ਪੰਜਾਬ ਆਏ ਹਾਂ ਆਪਾਂ, ਅਤੇ ਮੇਰੇ ਦਿਮਾਗ 'ਚ ਇਹੀ ਸੀਗਾ ਕਿ ਮੈਂ ਕਦੀ ਲਾਈਫ ਦੇ ਵਿੱਚ ਵਿਹਲਾ ਨਹੀਂ ਬੈਠਿਆ। ਆਈ ਨੈਵਰ I never came home. For 30 years I was in Delhi and I was working, and before so ਮੇਰੇ ਦਿਮਾਗ 'ਚ ਇਹੀ ਸੀ ਕਿ ਕਰਨਾ ਹੈ, ਕੁਛ ਤੇ ਕਰਨਾ ਹੈ, and there were no jobs at that point in time, in this area. I would say ਕਿ ਸਾਡਾ ਮਤਲਬ ਕਿ ਕੜਵਾ ਸੱਚ ਹੈਗਾ ਇਹ ਹੈ ਕਿ ਪੰਜਾਬ ਦੇ ਵਿੱਚ ਜੋਬ ਮਾਰਕੀਟ ਨਹੀਂ ਹੈ। ਪੰਜਾਬ ਦੇ ਵਿੱਚ ਜੋਬ ਦੀ ਬਹੁਤ ਜ਼ਿਆਦਾ ਕਮੀ ਹੈ, ਤਾਂ ਹੀ ਸਾਡਾ ਜਿਹੜਾ ਗੱਭਰੂ ਜਵਾਨ ਇੱਥੋਂ ਦੇ ਹੈਗੇ ਨੇ, people, they have been moving out, they have been going abroad, they have been going to Canada, Australia, ठीक है, for better studies, for better future, for better living. They have been dragging themselves out of this country ਕਿ ਬਈ ਇੱਥੇ ਉਹਨਾਂ ਦੀ ਇਹੀ ਸੋਚ ਹੈ, ਕੁਝ ਹੈ ਨਹੀਂ ਹੈ। ਬਟ ਕਾਫੀ ਹੱਦ ਤੱਕ ਇਹ ਸੱਚ ਵੀ ਹੈਗਾ ਆ ਕਿ ਵੀ ਆਰ ਜੋਬ ਮਾਰਕੀਟ ਇਜ਼ ਨਲ। ਵੀ ਡੂ ਨਾਟ ਹੈਵ ਗੁੱਡ ਜੋਬ ਓਪਰਚੁਨਿਟੀਜ਼ ਇਨ ਪੰਜਾਬ, ਅਤੇ ਮੈਨੂੰ ਵੀ ਕੋਈ ਚੰਗੀ ਜੋਬ ਨਹੀਂ ਮਿਲੀ। ਅਤੇ ਫਿਰ
ਮੇਰੇ ਮਾਈਂਡ ਦੇ ਵਿੱਚ ਸੀਗਾ ਕਿ ਬਈ ਹੁਣ ਕੀ ਕਰੀਏ, ਕਿਉਂਕਿ ਲਾਈਕ ਆਈ ਐਮ ਅ ਮੈਰਿਡ ਗਾਏ, ਆਈ ਗੋਟ ਕਪਲ ਆਫ ਡਾਟਰਸ, ਆਈ ਗੋਟ 2 daughters ਐਂਡ ਉਹਨਾਂ ਦੇ ਹਰ ਚੀਜ਼ ਦੇਖਣੀ, ਉਹਨਾਂ ਦੀ ਐਜੂਕੇਸ਼ਨ ਦੇਖਣੀ ਹੈ, ਉਹਨਾਂ ਦੇ 36 ਖਰਚੇ ਹੁੰਦੇ ਹੈ, ਠੀਕ ਹੈ, ਉਹ ਸਭ ਕੁਝ ਦੇਖਣੇ ਹੈ ਨਾ, ਉਹ ਲਾਈਕ ਕੁਛ ਤੇ ਕਰਨਾ ਹੈ। ਸੈਕੰਡਲੀ ਮੈਂ ਇਸ ਏਰੀਆ ਨੂੰ ਦੇਖਿਆ ਕਿ ਇਸ ਏਰੀਆ 'ਚ ਆਪਣੇ ਨਾ ਕੋਈ ਫੂਡ ਟਰੱਕ ਸੀਗਾ, ਰੈਸਟੋਰੈਂਟਸ ਯੈਸ ਆਫ ਕੋਰਸ ਦੇਰ ਆਰ ਰੈਸਟੋਰੈਂਟਸ, ਦੇਸੀ ਢਾਬੇ ਹੈ ਨਾ, ਅਤੇ ਛੋਟੀ ਮੋਟੀ ਚੀਜ਼ਾਂ ਲਾਈਕ ਇੱਦਾਂ ਲਾਈਕ ਪਕੌੜੀਆਂ ਸ਼ਕੌੜੀਆਂ ਇਹ ਸਭ ਮਿਲਦੀਆਂ ਸੀ। ਸੋ ਮੈਂ ਕਿਹਾ ਲਾਈਕ ਇਸ ਏਰੀਆ ਨੂੰ ਜੇ ਕੁਝ ਦੇਣਾ ਆ ਤਾਂ ਲਾਈਕ ਜਸਟ ਗਿਵ ਦੈਮ ਸਮਥਿੰਗ ਗੁੱਡ, ਕਿ ਜਿਹੜੀ ਹਰ ਚੀਜ਼ ਲਾਈਕ ਕ੍ਰੀਏਟ ਕਰੇ ਇੱਦਾਂ ਦੀ ਚੀਜ਼ ਕਿ ਮੇਰੇ ਵੀ ਬੈਨੀਫੀਸ਼ੀਅਲ ਹੋਵੇ, ਲੋਕਾਂ ਨੂੰ ਵੀ ਬੈਨੀਫਿਟ ਦੇਵੇ, ਠੀਕ ਹੈ, ਅਤੇ ਇੱਦਾਂ ਨਾ ਹੋਵੇ ਕਿ ਲਾਈਕ ਕਿ ਲੋਕਾਂ ਨੂੰ ਇਹ ਲੱਗੇ ਕਿ ਦ ਗਾਈ ਇਜ਼ ਓਨਲੀ ਟੇਕਿੰਗ ਐਵਰੀਥਿੰਗ ਐਂਡ ਗਿਵਿੰਗ ਲਾਈਕ ਨਥਿੰਗ ਇਨ ਰਿਟਰਨ। ਸੋ ਆਈ ਕੇਮ ਅਪ ਵਿਦ ਦਿਸ ਆਈਡੀਆ ਲਾਈਕ ਫੂਡ ਆਈਡੀਆ। ਫੂਡ ਬਿਜ਼ਨਸ ਦੇ ਵਿੱਚ ਤੁਸੀਂ ਲੋਕਾਂ ਦਾ ਢਿੱਡ ਭਰਦੇ ਹੋ, ਪੁੰਨ ਦਾ ਕੰਮ ਕਰਦੇ ਹੋ, ਇਨ ਰਿਟਰਨ ਯੂ ਗੈਟ ਮਨੀ, ਜੋ ਕਿ ਮੈਨੂੰ ਬਹੁਤ ਲਾਈਕ ਅੱਛਾ ਲੱਗਿਆ। ਮੈਂ ਖੁਦ ਇੱਕ ਫੂਡੀ ਪਰਸਨ ਹਾਂ, ਮੈਨੂੰ ਖੁਦ ਕੁਕਿੰਗ ਬਹੁਤ ਅੱਛੀ ਤਰੀਕੇ ਨਾਲ ਆਉਂਦੀ ਹੈ। ਸੋ ਵੈਨ ਆਈ ਸਟਾਰਟਡ ਅਲੋਨ, ਆਈ ਡਿਡਨਟ ਹੈਡ ਐਨੀ ਹੈਲਪ ਐਟ ਦੈਟ ਟਾਈਮ ਐਂਡ ਆਪ ਹੀ ਆਪਣਾ ਸਭ ਕੁਝ ਸੈਟਅਪ ਕਰਨਾ ਹੈ ਨਾ, ਅਤੇ ਆਉਣਾ ਸਵੇਰੇ ਆਪਣੀ ਗੱਡੀ ਲੈ ਕੇ ਆਉਣਾ, ਗੱਡੀ ਲਾਉਣੀ, ਇੱਥੇ ਜਗ੍ਹਾ ਮੇਰੀ ਆਪਣੀ ਹੈ ਅਤੇ ਗੱਡੀ ਲਾਉਣੀ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਜੋ ਵੇਟ ਕਰਨਾ ਕਸਟਮਰਸ ਦਾ, ਅਤੇ ਲਾਈਕ ਡੇਲੀ ਫਿਰ ਇੱਦਾਂ ਹੀ ਕੰਮ ਹੌਲੀ ਹੌਲੀ ਸ਼ੁਰੂ ਹੋ ਗਿਆ। ਪਹਿਲਾਂ ਬੜੀ ਸੰਗ ਆਉਂਦੀ ਸੀ, ਸ਼ਰਮ ਆਉਂਦੀ ਸੀਗੀ। ਇਨਫੈਕਟ ਵੈਨ ਆਈ ਸਟਾਰਟਡ even like people have trying to pull me back down, they've been trying to like demean me by saying ਕਿ ਆ ਕੀ ਕਰ ਲਿਆ ਤੂੰ, ਜੱਟਾਂ ਦਾ ਮੁੰਡਾ ਹੋ ਗਏ, ਚੀਮਿਆਂ ਦੇ ਮੁੰਡੇ ਨੇ ਰੇੜੀ ਲਾ ਲਈ ਆ, like people started saying such things in our village, but it didn't let me down. It actually gave me like more confidence. It boosted my like confidence, something like when people are talking about you, that means you are something and you're doing it right. And always keep this in mind. And when people are talking about you, when people are talking negative about you, they've been trying to pull you down, that means that you are correct and you are doing absolutely right in life. ਤੁਹਾਨੂੰ ਪਿੱਛੇ ਹਟਣ ਦੀ ਲੋੜ ਹੀ ਨਹੀਂ। ਉਸ ਵੇਲੇ ਮੈਨੂੰ ਬੋਲਿਆ ਗਿਆ ਚੀਮਿਆਂ ਦੇ ਮੁੰਡੇ ਨੇ ਰੇੜੀ ਲਾ ਲਈ, ਦੇਖੋ ਜੀ ਅੱਜ ਕੱਲ੍ਹ 버ਗਰ ਵੇਚਦਾ, ਪੀਜ਼ੇ ਵੇਚਦਾ, ਰੇੜੀ ਲਾ ਕੇ, ਠੀਕ ਹੈ। ਉੱਦਾਂ ਕਹਿਣ ਨੂੰ ਇਹਨਾਂ ਦੇ ਇੰਨੀ ਪੈਲੀ ਹੈ, 100 ਕਿੱਲੇ ਹੈਗੇ ਆ, ਬਟ like what this guy is doing, they tried to give me disgust, but I didn't took it. I took it very positively. ਤੇ ਕੋਈ ਗੱਲ ਨਹੀਂ, let them say anything, I don't give a damn, ਠੀਕ ਹੈ। ਮੋਰਓਵਰ ਸੱਚੀ ਗੱਲ ਇਹ ਹੈਗੀ ਹੈ ਕਿ ਸਾਨੂੰ ਜੱਟਾਂ ਨੂੰ ਵਾਈ ਦੇ ਵਿੱਚ ਬਚਦਾ ਕੀ ਹੈ। ਜੇ ਮੈਨੂੰ ਇਹ ਜਵਾਬ ਦੇ ਇਹ ਏਰੀਆ, ਠੀਕ ਹੈ, ਲਾਈਕ ਆਈ ਮਾਈਸੈਲਫ ਆਮ ਲਾਈਕ ਸਨ ਆਫ ਅ ਫਾਰਮਰ, ਠੀਕ ਹੈ, ਸਾਨੂੰ ਕੁਛ ਨਹੀਂ ਬਚਦਾ ਵਾਈ 'ਚੋਂ। ਮਸਾਂ ਸਾਡੀਆਂ ਲਿਮਟਾਂ ਪੂਰੀਆਂ ਹੁੰਦੀਆਂ, ਮਸਾਂ ਰੋਟੀ ਤੁਰਦੀ ਹੈ, ਠੀਕ ਹੈ। ਇਹ ਸਾਡੇ ਸਾਰੇ ਕਿਸਾਨਾਂ ਭਰਾਵਾਂ ਨੂੰ ਕੁਛ ਨਾ ਕੁਛ ਨਾਲ ਕੁਛ ਇੱਦਾਂ ਦਾ ਉਪਰਾਲਾ ਕਰਨਾ ਚਾਹੀਦਾ ਆ, ਜਿਹਦੇ ਨਾਲ ਕਿ ਸਾਡੀ ਰੋਟੀ ਦੇ ਨਾਲ ਕੁਛ ਐਕਸਟਰਾ ਇਨਕਮ ਵੀ ਆਏ। ਹਰ ਵੇਲੇ ਜੱਟਾਂ ਦੇ ਸਿਰ 'ਤੇ ਕਰਜ਼ਾ ਚੜ੍ਹਿਆ ਰਹਿੰਦਾ ਆ। ਆਈ ਹੈਵ ਸੀਨ ਦਿਸ ਇਨ ਮਾਈ ਫੈਮਿਲੀ ਟੂ, ਠੀਕ ਹੈ। ਕਦੀ ਲਿਮਟਾਂ ਉਤਾਰਨੀਆਂ, ਕਦੀ ਆੜਤੀਆਂ ਦੇ ਹੈ ਨਾ ਦੇਣੇ, ਕਦੀ ਇਹ ਕਦੀ ਉਹ, ਕਦੀ ਬੀਜ ਵਾਲੇ ਦੇ ਦੇਣੇ, ਕਦੀ ਖਾਦ ਵਾਲੇ ਦੇ ਦੇਣੇ। ਕਰਜ਼ਾ ਮੁੱਕਦਾ ਹੀ ਨਹੀਂ ਜੱਟਾਂ ਦੇ ਸਿਰੋਂ। ਕਿਉਂ ਨਹੀਂ ਮੁੱਕਦਾ? ਕਿਉਂਕਿ ਸਾਡੇ ਕੋਲ ਜਿਹੜੀ ਆਪਣੀ ਚੀਜ਼ਾਂ ਹੈਗੀਆਂ, ਮਤਲਬ ਕਿ ਲਾਈਕ ਆਪਾਂ ਝੋਨਾ ਲਾਉਂਦੇ ਹਾਂ, ਹੈ ਨਾ, ਆਪਾਂ ਸਭ ਕੁਝ ਮਿਹਨਤ ਕਰਦੇ ਹਾਂ, ਚੌਲ ਉਗਾਏ ਆਪਾਂ, ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਆਪਾਂ ਕੀ ਕਰਦੇ ਹਾਂ ਜੀ, ਕਹਿੰਦੇ ਹਾਂ ਕਿ ਭਾਈ ਮੰਡੀ ਸੁੱਟਣ ਚੱਲੇ ਹਾਂ ਫਸਲ। ਜਿਹੜੀ ਚੀਜ਼ ਤੁਸੀਂ ਸੋਟੀ ਦਿੱਤੀ ਉਹਦਾ ਕੀ ਵੈਲਿਊ, ਫਿਰ ਉਹਦੇ ਲਈ ਕੀ ਲਾਈਕ ਤੁਸੀਂ ਬੈਠੇ ਹੋ ਬਾਰਡਰਾਂ 'ਤੇ ਕੀ ਲੜ ਰਹੇ ਹੋ, ਤੁਸੀਂ ਪਹਿਲਾਂ ਹੀ ਤਾਂ ਆਪਣੀਆਂ ਲਾਈਕ ਚੀਜ਼ਾਂ ਸੁੱਟ ਦਿੰਦੇ ਹੈਗੇ ਹੋ। ਜਸਟ ਕਿਡਿੰਗ, ਹੈ ਨਾ, ਬਟ ਦੇਰ ਇਜ਼ ਅ ਮੈਸੇਜ ਇਨ ਇਟ ਇਫ ਯੂ ਵਾਂਟ ਟੂ ਟੇਕ ਇਟ। ਬਟ ਇੱਕ ਗੱਲ ਇਹ ਹੈਗੀ ਆ ਕਿ ਉਹਦਾ ਐਂਡ ਪ੍ਰੋਡਕਟ 'ਤੇ ਜਾਓ ਨਾ। ਤੁਸੀਂ ਚੌਲ ਉਗਾ ਲਏ, ਠੀਕ ਹੈ, ਚੌਲ ਜਾ ਕੇ ਤੁਸੀਂ ਮੰਡੀ 'ਚ ਵੇਚ ਆਏ ਹੋ, ਉਸ ਤੋਂ ਬਾਅਦ ਉਸ ਤੋਂ ਬੈਨੀਫਿਟ ਕੌਣ ਲੈ ਰਿਹਾ ਹੈ ਇਹ ਦੇਖੋ। ਉਸ ਤੋਂ ਬੈਨੀਫਿਟ ਲੈ ਰਹੇ ਨੇ ਉਹ ਲੋਕ ਜਿਹੜੇ ਕਿ ਰਿਟੇਲਰਸ ਨੇ, ਜਾਂ ਫਿਰ ਜਿਹੜੇ ਉਹਨੂੰ ਪੋਲਿਸ਼ ਕਰਕੇ ਪੈਕ ਕਰਕੇ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਨੇ। ਦੇ ਆਰ ਦੀ ਗਾਇਜ਼ ਹੂ ਆਰ ਮੋਸਟ ਬੈਨੀਫਿਟਡ ਆਊਟ ਆਫ योर ਪ੍ਰੋਡਕਟ, not their product. This is your product, mind it, right? They have been just polishing it and packaging it and like delivering it to the customer directly. Why can't you go ahead and do it? क्यों नहीं कर सकते?
ਆਲੂ ਵੇਚਦੇ ਹੋ ਤੁਸੀਂ, ਕਹਿੰਦੇ ਆਲੂਆਂ ਦਾ ਕੋਈ ਰੇਟ ਨਹੀਂ ਲੱਗਿਆ, ਕਿਲੋ ਰੁਪਈਆ ਕਿਲੋ ਆਲੂ, 2 ਰੁਪਏ ਕਿਲੋ ਆਲੂ ਰੇਟ ਲੱਗਿਆ। ਬਲੱਡੀ ਜਸਟ ਲਾਈਕ ਸਟੈਂਡ ਔਨ GD ਰੋਡ ਅਤੇ ਉਹਨਾਂ ਆਲੂਆਂ ਨੂੰ ਫਰਾਈ ਕਰਕੇ ਫਰਾਈਜ਼ ਵੇਚੋ ਨਾ। ਇੱਕ ਆਲੂ ਦੇ ਵਿੱਚੋਂ ਤੁਸੀਂ 60-70 ਰੁਪਏ ਕਮਾ ਲਓਗੇ, ਇੱਕ ਆਲੂ ਦੇ ਵਿੱਚੋਂ। ਐਂਡ ਆਈ ਐਮ ਨੋਟ ਜੋਕਿੰਗ, ਇਹ ਗੱਲ ਸੱਚ ਹੈ, ਠੀਕ ਹੈ। ਇੱਕ ਆਲੂ ਦੇ ਵਿੱਚੋਂ ਯੂ ਕੈਨ ਅਰਨ ਮੋਰ ਦੈਨ 60-70 ਰੁਪੀਜ਼। ਉਹਨੂੰ ਫਰਾਈ ਕਰਕੇ ਵੇਚੋ, ਕਿਉਂ ਨਹੀਂ ਵੇਚਦੇ? ਕੀ ਸ਼ਰਮ ਕੀ ਮਾਰ ਜਾਂਦੀ ਹੈ ਸਾਡੇ ਲੋਕਾਂ ਨੂੰ, ਹੈ ਨਾ। ਉਸ ਤੋਂ ਬਾਅਦ ਦੇ ਵਿੱਚ ਆ ਸਾਡੇ ਕੋਲ ਮੱਝਾਂ ਨੇ, ਹੈ ਨਾ। ਅਸੀਂ ਚਾਹ ਕੌਫੀ ਕਿਉਂ ਨਹੀਂ ਵੇਚ ਸਕਦੇ? ਆਈ ਐਮ ਇਨ ਡੂਇੰਗ ਇਟ। ਚਾਹ ਵੇਚੀ ਦੀ ਆ, ਕੌਫੀ ਵੀ ਵੇਚੀ ਦੀ ਹੈ ਕਸਟਮਰਸ ਨੂੰ, ਠੀਕ ਹੈ। ਵੀ ਬਨ ਗਿਵਿੰਗ ਲਾਈਕ ਸ਼ੇਕਸ ਦਿੰਦੇ ਆ, ਠੀਕ ਹੈ। ਉਹੀ ਜਿਹੜਾ ਦੁੱਧ ਤੁਹਾਡਾ 40 ਰੁਪਏ 50 ਰੁਪਏ ਲੀਟਰ ਤੁਹਾਡਾ ਉੱਥੇ ਜਾਂਦਾ ਡੇਅਰੀਆਂ ਦੇ ਉੱਤੇ, ਉਸੇ ਦੁੱਧ ਚੋਂ ਆਈ ਐਮ ਇਨ ਅਰਨਿੰਗ ਲਾਈਕ ਮੋਰ ਦੈਨ 300 ਰੁਪੀਜ਼ ਫਰੋਮ ਅ ਲੀਟਰ। And that's true, and we all can do that, we all can do that। ਲੱਸੀ ਪੀਂਦੇ ਆ ਲੋਕ, ਲੱਸੀ ਵੇਚੋ ਗਰਮੀ ਦੇ ਵਿੱਚ ਯਾਰ। why I've been like guys just sitting at home and just thinking that I want to go abroad and ਉੱਥੇ ਜਾ ਕੇ ਕੰਮ ਕਰੂੰਗਾ ਮੈਂ। Canada, like I've traveled most of the countries। I've been to Denmark, Sweden, Norway, Germany, France, Italy, countries that like the guys have been dreaming about। I have been there, like ਮੈਂ ਘੁੰਮਣ ਫਿਰਨ ਜਾਂਦਾ ਰਹਿਣਾ। ਮੈਂ ਅੱਜ ਤੱਕ ਕਦੀ ਕਿਸੇ ਏਜੰਟ ਨੂੰ ਪੈਸਾ ਨਹੀਂ ਦਿੱਤਾ। ਮੈਂ ਇੱਥੇ ਹਮੇਸ਼ਾ ਸੁਣਦਾ ਕਿ ਭਾਈ ਲੋਕੀ ਆਉਂਦੇ ਆ 10 ਲੱਖ ਦੇ ਵਿੱਚ ਯੂਰਪ ਦਾ ਵੀਜ਼ਾ ਲਾਇਆ। ਟੂ ਹੈਲ ਵਿਦ ਯੂ ਗਾਇਸ ਮੈਨ, ਇਫ ਯੂ ਗੋਟ 20 ਲੱਖ ਰੁਪੀਜ਼ ਵਾਈ ਕਾਂਟ ਯੂ ਡੂ ਸਮਥਿੰਗ ਹੀਅਰ? ਹੈ 10 ਲੱਖ ਰੁਪਏ ਇੱਕ ਸਟੂਪਿਡ ਦੇ ਵੀਜ਼ੇ ਦੇ ਉੱਤੇ ਤੁਸੀਂ ਖਰਚ ਕੇ ਬਾਹਰ ਚਲੇ ਜਾਂਦੇ ਹੋ ਅਤੇ ਫਿਰ ਉਸ ਤੋਂ ਬਾਅਦ ਡਿਪੋਰਟ ਹੋ ਕੇ ਉਹ ਤੋਂ ਵਾਪਸ ਆ ਜਾਂਦੇ ਹੋ। ਆਈ ਹੈਵ ਸੀਨ ਦਿਸ ਹੈਪਨਿੰਗ। ਆਈ ਹੈਵ ਸੀਨ ਗਾਇਜ਼ ਲਾਈਕ ਬੀਇੰਗ they've been in worst of the worst condition, they have been in miserable condition outside। ਕਿਉਂ ਜਾਂਦੇ ਆ ਯੂਰਪ ਦੇ ਵਿੱਚ ਪੱਕਾ ਹੋਣਾ ਇੰਨਾ ਆਸਾਨ ਨਹੀਂ ਹੈਗਾ, ਉੱਥੇ ਚਲੇ ਜਾਂਦੇ ਆ, ਠੀਕ ਹੈ ਜੀ। ਉਸ ਤੋਂ ਬਾਅਦ 'ਚ ਪੜ੍ਹਾਈਆਂ ਨਹੀਂ ਕਰਦੇ ਕਿਉਂਕਿ ਬਾਪੂ ਦਾ ਘਰ ਤੋਂ ਪ੍ਰੈਸ਼ਰ ਹੁੰਦਾ ਕਿ ਕਾਕਾ ਤੇਰੇ 'ਤੇ 10 ਲੱਖ ਲਾਇਆ, ਕਾਕਾ ਤੇਰੇ 'ਤੇ 20 ਲੱਖ ਰੁਪਈਆ ਲਾਇਆ, ਹੁਣ ਪੈਸੇ ਭੇਜ, ਕਰਜ਼ਾ ਲੈ ਕੇ ਗਏ ਆ, ਹੈ ਨਾ। how like that person is gonna pay back? He will sacrifice on his studies। They sacrifice on their like studies, they sacrifice on their like career। ਐਂਡ ਉਸ ਤੋਂ ਬਾਅਦ ਪਾਸਪੋਰਟ ਪਾੜਦੇ ਨੇ, ਇਲੀਗਲ ਹੁੰਦੇ ਨੇ, ਦੂਜੀ ਕੰਟਰੀਆਂ 'ਚ ਚਲੇ ਜਾਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਉੱਥੇ ਲੁਕ ਛਿਪ ਕੇ ਜੋਬਾਂ ਕਰਦੇ ਨੇ ਕਿ ਬਾਈ ਪਿਓ ਨੂੰ 20 ਲੱਖ 30 ਲੱਖ ਭੇਜਣਾ ਘਰੇ, ਹੈ ਨਾ। ਅਤੇ ਬਟ ਐਂਡ ਵਿੱਚ ਕੀ ਹੁੰਦਾ, ਪੱਕੇ ਹੋ ਨਹੀਂ ਸਕਦੇ। ਕੁਛ ਸਾਲਾਂ ਬਾਅਦ ਵਾਪਸ ਮੁੜ ਖੋਤੀ ਬੋਰਡ ਥੱਲੇ, ਇੱਥੇ ਹੀ ਮੁੜ ਇੱਥੇ ਹੀ। ਸਾਰੇ ਨਹੀਂ ਸਕਸੈਸ ਹੋ ਜਾਂਦੇ ਬਾਹਰ ਜਾ ਕੇ। ਮਾਈਂਡ ਇਟ like there are success stories but there are more like people who got deported। ਹਰ ਰੋਜ਼ ਲੋਕ ਡਿਪੋਰਟ ਹੁੰਦੇ ਆ, ਕਈ ਤਾਂ ਰਾਹ 'ਚ ਹੀ ਮਰ ਜਾਂਦੇ ਆ। ਡੋਂਕੀ ਲਾਣ ਗਏ ਸੀ ਜੀ, ਮੁੰਡਾ ਮੁੜਿਆ ਹੀ ਨਹੀਂ। ਯੂ ਮਸਟ ਹੈਵ ਹਰਡ ਸਚ ਸਟੋਰੀਜ਼। ਕੀ ਹੈਗਾ ਇਹ like we guys have been losing our ਸਾਡੀ ਜਵਾਨੀਆਂ ਤੁਸੀਂ ਗਾਲ ਰਹੇ ਹੋ, ਹੈ ਨਾ। ਪੰਜਾਬ ਦੀ ਜਵਾਨੀ ਗਾਲਦੇ ਆ ਆਪਾਂ, ਰਾਈਟ। ਜਿਵੇਂ ਕਿ ਮੁਹੱਬਤ ਜੀ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਕਿ ਤੁਸੀਂ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ, ਜਿਵੇਂ ਤੁਸੀਂ ਦਿੱਲੀ ਦੇ ਵਿੱਚ ਪੜ੍ਹੇ ਲਿਖੇ ਹੋ, ਫੋਰਨ ਵੀ ਰਹੇ ਹੋ, ਇੰਨੀ ਤੁਸੀਂ ਜੋਬਸ ਵੀ ਕੀਤੀਆਂ, ਘੁੰਮੇ ਫਿਰੇ ਵੀ ਹੋ, ਫਿਰ ਤੁਸੀਂ ਜਿਵੇਂ ਇੰਡੀਆ ਦੇ ਵਿੱਚ ਆਏ, ਤੁਹਾਡੀ ਸੋਚ ਸੀ ਕਿ ਮੈਂ ਇੰਡੀਆ ਜਾ ਕੇ ਕੁਝ ਕਰਨਾ ਹੈ। ਜਿਵੇਂ ਤੁਸੀਂ ਦੱਸਿਆ ਕਿ ਮੇਰੀ ਮੈਰਿਜ ਹੋਈ, ਮੇਰੀਆਂ 2 ਬੇਟੀਆਂ ਨੇ, ਕਿ ਜ਼ਿੰਮੇਵਾਰੀ ਆਈ, ਫਿਰ ਤੁਸੀਂ ਮਤਲਬ ਪੀਜ਼ਾ ਟਰੱਕ ਨੂੰ ਹੀ, ਆਪਣਾ ਪੀਜ਼ਾ ਫੈਕਟਰੀ ਨੂੰ ਹੀ ਕਿਉਂ ਪ੍ਰਾਇਓਰਿਟੀ ਦਿੱਤੀ ਵੀ ਸ਼ੁਰੂ ਕਰਨਾ, ਜਾਂ ਤੁਸੀਂ ਕੋਈ ਵਧੀਆ ਜੋਬ ਕਰ ਸਕਦੇ ਸੀ ਜਾਂ ਕੋਈ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਸੀ, ਫਿਰ ਇਸ ਲਾਈਨ ਨੂੰ ਹੀ ਤੁਸੀਂ ਕਿਉਂ ਸ਼ੁਰੂ ਕੀਤਾ? ਸੀ ਐਕਚੁਅਲੀ ਜਿੱਦਾਂ ਕਿ ਮੈਂ ਤੁਹਾਨੂੰ ਆਈ ਹੈਵ ਟੋਲਡ ਯੂ ਬਿਫੋਰ ਦੈਟ ਲਾਈਕ ਆਮ ਅ ਫੂਡੀ ਪਰਸਨ। ਮੈਨੂੰ ਖਾਣੇ ਨਾਲ ਬਹੁਤ ਪਿਆਰ ਹੈਗਾ ਆ। ਐਂਡ ਜਦੋਂ ਮੈਂ ਇੱਥੇ ਪੰਜਾਬ ਆਇਆ, ਮੈਂ ਫਾਰਮਿੰਗ ਟਰਾਈ ਕੀਤੀ, ਬਟ ਮੈਂ 30 ਸਾਲ ਤੇ ਦਿੱਲੀ ਰਿਹਾ ਜਾਂ ਬਾਹਰ ਰਿਹਾ ਅਤੇ ਮੈਨੂੰ ਫਾਰਮਿੰਗ ਆਉਂਦੀ ਹੀ ਨਹੀਂ ਹੈ। ਤੁਹਾਨੂੰ ਸੱਚ ਗੱਲ ਦੱਸਾਂ, ਮੈਂ ਝੂਠ ਨਹੀਂ ਬੋਲਾਂਗਾ। ਮੈਂ ਹਾਰਡਲੀ ਮੈਂ ਟਰੈਕਟਰ ਚਲਾਉਣਾ ਸਿੱਖਿਆ, ਚਲੋ ਕੱਦੂ ਕਰਨਾ ਸਿੱਖ ਲਿਆ ਮਾੜਾ ਮੋਟਾ, ਬਟ ਮੈਨੂੰ ਉਹਦੇ 'ਚ ਇੰਟਰਸਟ ਨਹੀਂ ਆਇਆ। ਮੈਂ ਸਾਲ ਖੰਡ ਕਰਕੇ ਦੇਖਿਆ ਔਨ ਐਂਡ ਆਫ, ਮੈਨੂੰ ਉਹਦੇ 'ਚ ਇੰਟਰਸਟ ਨਹੀਂ ਆਇਆ, ਬਿਲਕੁਲ ਵੀ ਇੰਟਰਸਟ ਨਹੀਂ ਆਇਆ। ਮਤਲਬ ਨਹੀਂ ਬੰਦੇ ਨੇ ਕੀਤਾ ਅਤੇ ਨਹੀਂ ਆਇਆ। ਜ਼ਰੂਰੀ ਥੋੜ੍ਹੀ ਹੈਗੀ ਹੈ ਕਿ ਲਾਈਕ ਜੱਟਾਂ ਦਾ ਪੋਤਾਂ ਦੇ ਵਾਹੀ ਕਰਾਂਗਾ। ਮੈਨੂੰ ਖਾਣਾ ਬਣਾਉਣ 'ਚ ਇੰਟਰਸਟ ਹੈ, ਮੈਨੂੰ ਫੂਡ 'ਚ ਬਹੁਤ ਇੰਟਰਸਟ ਹੈਗਾ, ਸ਼ੁਰੂ ਤੋਂ ਇੰਟਰਸਟ ਹੈ। ਸ਼ੁਰੂ ਤੋਂ ਇਕੱਲਾ ਰਿਹਾ ਮੈਂ ਅਤੇ ਆਪਣਾ ਖਾਣਾ ਬਣਾਇਆ, ਅਤੇ ਮੇਰੇ ਫੈਮਿਲੀ ਨੇ ਮੈਨੂੰ ਇਨਕਰੇਜ ਕੀਤਾ ਕਿ ਲਾਈਕ ਯੂ ਲਵ ਟੂ ਕੁੱਕ ਐਂਡ ਵਾਈ ਡੋਂਟ ਯੂ ਜਸਟ ਗੋ ਐਂਡ ਲਾਈਕ ਸਟਾਰਟ ਸਮਥਿੰਗ, ਆਪਣਾ ਫੂਡ ਬਿਜ਼ਨਸ ਦੇ ਵਿੱਚ ਕੁਛ ਕਰੋ, ਕੁਛ ਸਟਾਰਟ ਕਰੋ। ਮੇਰੀ ਵਾਈਫ ਨੇ ਮੈਨੂੰ ਲਾਈਕ ਬਹੁਤ ਕੌਨਫੀਡੈਂਸ ਦਿੱਤਾ ਇਸ ਗੱਲ 'ਤੇ।
ਮੋਮ ਡੈਡ ਨੇ ਵੀ ਕਿਹਾ ਕਿ ਚੱਲ ਜੋ ਕਰਨਾ ਕਰ ਲੈ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਅਤੇ ਆਈ ਹੈਡ ਸਮ ਸੇਵਿੰਗ, ਅਤੇ ਆਪਣੀ ਸੇਵਿੰਗ ਮੈਂ ਯੂਜ਼ ਕਰਕੇ ਆਪਣਾ ਸ਼ੁਰੂ ਕੀਤਾ ਫੂਡ ਟਰੱਕ। ਹੁਣ ਮੇਰੀ ਆਦਤ ਹੈਗੀ ਹੈ ਕਿ ਆਈ ਡੋਂਟ ਟੇਕ ਐਨੀਥਿੰਗ ਫਰੋਮ ਮਾਈ ਫੈਮਿਲੀ। ਮੈਂ ਆਪਣੀ ਫੈਮਿਲੀ ਤੋਂ ਕੁਛ ਵੀ ਲੈਣ 'ਤੇ ਵਿਸ਼ਵਾਸ ਨਹੀਂ ਕਰਦਾ ਇਨ ਟਰਮਸ ਆਫ ਮਨੀ। ਸੋ ਆਈ ਡਿਡਨਟ ਵਾਂਟ ਟੂ ਟੇਕ ਐਨੀਥਿੰਗ ਫਰੋਮ ਦੈਮ। ਸੋ ਜੋ ਮੇਰੇ ਕੋਲ ਸੇਵਿੰਗ ਸੀਗੀ ਮੈਂ ਉਸੇ ਸੇਵਿੰਗ ਨੂੰ ਯੂਜ਼ ਕਰਕੇ ਆਈ ਹੈਵ ਸਟਾਰਟਡ ਮਾਈ ਫੂਡ ਬਿਜ਼ਨਸ। ਆਪਣਾ ਫੂਡ ਟਰੱਕ ਮੈਂ ਸਟਾਰਟ ਕੀਤਾ ਅਤੇ ਲਾਈਕ ਫਿਰ ਉਸ ਤੋਂ ਬਾਅਦ ਦੇ ਵਿੱਚ ਇਟ ਟਰਨ ਆਊਟ ਟੂ ਬੀ ਗੁੱਡ ਫॉर ਮੀ। ਹੌਲੀ ਹੌਲੀ ਆਪਾਂ ਸਟਾਰਟ ਕੀਤਾ। ਨਾਓ ਇਟਸ ਆਲਮੋਸਟ 1 ਈਅਰ। 1 ਸਾਲ ਦੇ ਵਿੱਚ ਮੈਨੂੰ ਲਾਈਕ ਕਾਫੀ ਅੱਛਾ ਰਿਸਪੌਂਸ ਮਿਲਿਆ। ਠੀਕ ਹੈ, ਫਸਟ ਡੇ ਤਾਂ ਜਦੋਂ ਮੈਂ ਕੰਮ ਕਰਨ ਲਈ ਆਇਆ ਸੀ ਮੇਰੇ 'ਤੇ ਲੱਤਾਂ ਕੰਬਣ ਲੱਗ ਗਈਆਂ ਸੀ, ਲਾਈਕ ਕਿ ਕਿਵੇਂ ਕਰੇਗਾ ਤੂੰ ਹੁਣ, ਕਿ ਲੋਕੀ ਤਾਂ ਕਹਿ ਰਹੇ ਨੇ ਕਿ ਚੀਮਿਆਂ ਦੇ ਮੁੰਡੇ ਨੇ ਰੇਹੜੀ ਲਾ ਲਈ ਆ ਐਂਡ ਨਾਓ ਯੂ ਆਰ ਐਕਚੁਅਲੀ ਔਨ GT ਰੋਡ ਆਈ ਐਮ ਬਿਨ ਸੈਲਿੰਗ ਬਰਗਰਸ ਐਂਡ ਪੀਜ਼ਾਜ਼। ਠੀਕ ਹੈ, ਫਸਟ ਡੇ ਸੈਕਿੰਡ ਡੇ ਬਹੁਤ ਨਰਵਸ ਸੀਗਾ, ਪਰ ਉਸ ਤੋਂ ਬਾਅਦ ਹੌਲੀ ਹੌਲੀ ਟਰਨਡ ਆਊਟ ਟੂ ਬੀ ਵੈਰੀ ਗੁੱਡ ਫॉर ਮੀ। ਫਿਰ ਮੈਂ ਇਸੇ ਹੀ ਆਪਣੇ ਫੂਡ ਟਰੱਕ ਤੋਂ ਸਕੂਟੀ ਲਈ, ਕੌਫੀ ਮਸ਼ੀਨ ਲਈ, ਠੀਕ ਹੈ, ਹੋਰ ਅੱਗੇ ਚੀਜ਼ਾਂ ਹੋਰ ਲਈਆਂ, ਆਈਸਕ੍ਰੀਮ ਕੈਂਡੀ ਲਈ। ਸੋ ਨਾਓ ਮਾਈ ਬਿਜ਼ਨਸ ਇਜ਼ ਲਾਈਕ ਕਾਈਂਡ ਆਫ ਸਟੇਬਲ। ਠੀਕ ਹੈ, ਜਿਸ 'ਤੇ ਮੈਂ ਹੁਣ ਇੰਪਲੋਈਜ਼ ਵੀ ਰੱਖੇ। ਵੀ ਬਨ ਆਲਸੋ ਲਾਈਕ ਇੰਪਲੋਇੰਗ ਪੀਪਲ, ਜੋ ਕਿ ਅੱਛਾ ਲੱਗਦਾ ਹੈ ਕਿ ਬਈ ਸਾਡੀ ਪੀਜ਼ਾ ਫੈਕਟਰੀ ਦੀ ਵਜ੍ਹਾ ਤੋਂ ਲਾਈਕ ਦੇਰ ਆਰ 2 ਅਦਰ ਫੈਮਲੀਜ਼ ਹੂ ਆਰ ਆਲਸੋ ਗੈਟਿੰਗ ਸਪੋਰਟਡ, ਕਿ 2 ਹੋਰ ਫੈਮਲੀਆਂ ਨੂੰ ਸਪੋਰਟ ਮਿਲ ਰਹੀ ਹੈਗੀ ਆ। ਠੀਕ ਹੈ, ਅਤੇ ਉਹਨਾਂ ਦੇ ਘਰ ਵੀ ਸਾਡੀ ਪੀਜ਼ਾ ਫੈਕਟਰੀ ਦੇ ਸੱਚੇ ਸੁੱਚੇ ਪੈਸੇ ਪਹੁੰਚਦੇ ਹੈ। ਉਹਨਾਂ ਦੇ ਘਰ ਚੁੱਲ੍ਹਾ ਜਲਦਾ, ਉਹਨਾਂ ਦੇ ਘਰ ਰੋਟੀ ਚੱਲਦੀ ਹੈ। ਠੀਕ ਹੈ, ਮੇਰੇ ਘਰ ਵੀ ਮੇਰੇ ਬੱਚੇ ਵੀ ਨੂੰ ਮੈਂ ਲੈ ਕੇ ਜਾਂਦਾ, ਕੁਛ ਵੀ ਲੈ ਕੇ ਦੇਣਾ। ਠੀਕ ਹੈ, ਇਨਫੈਕਟ ਕੁਛ ਵੀ ਹੁੰਦਾ ਮੇਰੀ ਪੀਜ਼ਾ ਫੈਕਟਰੀ ਤੋਂ ਜਾਂਦਾ ਆ, ਸੱਚੇ ਸੁੱਚੇ ਪੈਸੇ ਨੇ। ਸੋ ਆਈ ਰੀਲੀ ਇੰਜੋਇਡ ਨਾਓ ਬਿਨ ਡੂਇੰਗ ਦਿਸ। ਮੈਨੂੰ ਬਹੁਤ ਇੰਜੋਏ ਕਰਨ ਲੱਗ ਗਿਆ ਮੈਂ ਕੰਮ ਕਰਨ 'ਤੇ। even my customers they also started appreciating us, our efforts, our team, ਕਿ ਭਾਈ ਤੁਸੀਂ ਅੱਛਾ ਕੰਮ ਕਰ ਰਹੇ ਹੋ। ਐਂਡ ਕਸਟਮਰਸ ਰਿਪੀਟ ਆਉਣ ਰਹੇ ਨੇ ਲਾਈਕ ਵਿਚ ਇਜ਼ ਅ ਗੁੱਡ ਸਾਈਨ। ਮੈਨੂੰ ਬਹੁਤ ਚੰਗਾ ਲੱਗਿਆ ਕਿ ਅੱਛਾ ਟੇਸਟ ਦੇ ਰਿਹਾ, ਕਸਟਮਰ ਤਾਂ ਹੀ ਆ ਰਹੇ ਨੇ। ਪਿਆਰ ਨਾਲ ਗੱਲ ਕਰੀ ਦੀ ਹੈ, ਪਿਆਰ ਅੰਦਰ ਹੈਗਾ ਆ, ਅਤੇ ਤਾਂ ਕਸਟਮਰਸ ਆਉਂਦੇ ਨੇ। ਸੋ ਫਿਰ ਮੇਰੇ ਘਰਦਿਆਂ ਨੇ ਖੁਸ਼ ਹੋ ਕੇ ਦੇ ਹੈਵ ਗਿਵਨ ਮੀ ਲਾਈਕ ਦਿਸ ਲੈਂਡ, ਕਿ ਬਈ ਤੂੰ ਹੁਣ ਹੌਲੀ ਹੌਲੀ ਆਪਣਾ ਰੈਸਟੋਰੈਂਟ ਬਣਾ ਲੈ। ਅਤੇ ਉਹ ਕਹਿੰਦੇ ਅਸੀਂ ਇਨਵੈਸਟ ਕਰ ਦਿੰਦੇ ਹਾਂ। ਮੈਂ ਕਿਹਾ ਨੋ, ਆਈ ਵੋਂਟ ਟੇਕ ਐਨੀਥਿੰਗ ਫਰੋਮ ਯੂ ਹੈਵ ਗਿਵਨ ਮੀ ਲਾਈਕ ਅ ਲੈਂਡ ਹੇਅਰ ਔਨ GT ਰੋਡ 'ਤੇ ਤੁਸੀਂ ਮੈਨੂੰ ਜਗ੍ਹਾ ਦੇ ਦਿੱਤੀ ਹੈ ਐਂਡ ਆਈ ਐਮ ਗਲੈਡ ਕਿ ਕਰੋੜਾਂ ਦੀ ਜਗ੍ਹਾ ਤੁਸੀਂ ਮੈਨੂੰ ਗਿਫਟ ਕੀਤੀ ਹੈ। ਠੀਕ ਹੈ, ਅਤੇ ਇਸ ਤੋਂ ਜ਼ਿਆਦਾ ਮੈਂ ਤੁਹਾਡੇ ਤੋਂ ਹੋਰ ਕੁਛ ਨਹੀਂ ਲੈ ਸਕਦਾ। ਰੈਸਟ ਮੈਂ ਵਾਹਿਗੁਰੂ ਜੀ ਦੀ ਮਿਹਰ ਨਾਲ ਅਸੀਂ ਆਪ ਕਰ ਲਾਂਗੇ। ਪੀਜ਼ਾ ਫੈਕਟਰੀ 'ਚ ਇੰਨਾ ਹੈਗਾ ਲਾਈਕ ਵੀ ਹੈਵ ਦੈਟ ਪੋਟੈਂਸ਼ੀਅਲ ਕਿ ਮੈਂ ਖੁਦ ਇੱਕ ਰੈਸਟੋਰੈਂਟ ਬਿਲਡ ਕਰੂੰਗਾ। ਇੱਥੇ ਲੈਂਡ ਉਹਨਾਂ ਨੇ ਦਿੱਤੀ ਆ। ਹੌਲੀ ਹੌਲੀ ਆਪਾਂ ਕੰਸਟਰਕਸ਼ਨ ਮਟੀਰੀਅਲ ਖਰੀਦਦੇ ਹਾਂ, ਜਿਵੇਂ ਜਿਵੇਂ ਪੈਸੇ ਜਮ੍ਹਾਂ ਹੁੰਦੇ ਰਹਿੰਦੇ ਆ, ਜਿਵੇਂ ਜਿਵੇਂ ਕਸਟਮਰਸ ਸਾਨੂੰ ਲਾਈਕ ਦਿੰਦੇ ਆ, ਆਰਡਰ ਦਿੰਦੇ ਆ, ਉਵੇਂ ਪੈਸੇ ਜਮ੍ਹਾਂ ਹੁੰਦੇ ਉਵੇਂ ਆਪਾਂ ਲਾਈਕ ਕੰਸਟਰਕਸ਼ਨ ਮਟੀਰੀਅਲ ਖਰੀਦ ਲਈਦਾ। ਅਤੇ ਹੌਲੀ ਹੌਲੀ ਸ਼ੁਰੂ ਕਰਾਂਗੇ ਰੈਸਟੋਰੈਂਟ। ਵਾਹਿਗੁਰੂ ਦੀ ਮਿਹਰ ਨਾਲ ਭਾਵੇਂ ਸਾਲ ਲੱਗੇ, ਭਾਵੇਂ 2 ਸਾਲ ਲੱਗੇ, ਬਟ we won't take any help from our family. And I want to make this example for youth in Punjab that yes, I do have support from my family that we got land, but that does not means that like I'm been totally dependent on them. I'm not saying like I'm doing very well. There are like many like us who've been doing awesome in Punjab. So what our message that I would like to give to our youth is, ਜੇ ਬਾਹਰਲਾ ਨਹੀਂ ਬਣਦਾ ਨਾ ਤੇ ਫਿਕਰ ਨਾ ਕਰੋ, ਦੁਨੀਆ ਮੁੱਕ ਨਹੀਂ ਗਈ, ਇੱਥੇ ਬਹੁਤ ਕੁਛ ਹੈਗਾ which is unexplored. ਤੁਸੀਂ ਇੰਨਾ ਸੋਚੋ ਕਿ ਇੰਨੇ ਲੋਕ ਜਿਹੜੇ ਬਾਹਰ ਜਾ ਕੇ ਬੈਠੇ ਨੇ ਉਹ ਆਪਣੀਆਂ ਸਾਰੀ ਓਪਰਚੁਨਿਟੀਜ਼ ਇੱਥੇ ਛੱਡ ਗਏ ਨੇ। why don't you take their opportunities and do something nice here? ਹੈ ਨਾ। ਹੁਣ ਸਾਡੇ ਪੰਜਾਬ ਦੇ ਵਿੱਚ I don't want to take name ਕਿ ਦੂਜੀ ਸਟੇਟਸ ਤੋਂ ਲੋਕ ਆ ਕੇ ਕੰਮ ਕਰਦੇ ਆ। that means there are states who are worse than Punjab, right? So like I don't want to take their names, but I'm sure that you will understand like ਮੇਰਾ ਇਸ਼ਾਰਾ ਕਿੱਥੇ ਹੈ, whom I'm been talking about. ਉਹ ਲੋਕ ਸਾਡੇ ਇੱਥੇ ਆਉਂਦੇ ਆ ਪੰਜਾਬ ਦੇ ਵਿੱਚ ਅਤੇ ਉਹ ਕੰਮ ਕਰਦੇ ਨੇ ਅਤੇ ਅੱਛਾ ਖਾਸਾ ਕਮਾ ਕੇ ਜਾਂਦੇ ਆ। ਕਿਉਂ? ਕਿਉਂਕਿ ਸਾਡਾ ਯੂਥ ਬਾਹਰ ਚਲੇ ਗਿਆ ਐਂਡ the employment got created for them and they have been actually fulfilling that employment. ਪਹਿਲਾਂ ਝੋਨਾ ਲਾਉਂਦੇ ਸੀ ਪੰਜਾਬੀ, ਹੁਣ ਨਹੀਂ ਲਾਉਂਦੇ। ਕਿਉਂ? ਕਿਉਂਕਿ ਪੰਜਾਬੀ ਲੇਬਰ ਹੀ ਨਹੀਂ ਹੈ ਇੰਨੀ, ਰਾਈਟ।
ਰੈਸਟ ਮੈਂ ਇਹੀ ਕਹੂੰਗਾ ਕਿ ਕਿ ਬਾਹਰ ਜਾਣਾ ਠੀਕ ਹੈ, ਤੁਹਾਡਾ ਸੁਪਨਾ ਹੋ ਸਕਦਾ ਆ। ਇੱਥੇ ਦੇ ਲਾਈਕ ਪੰਜਾਬ ਦੇ ਵਿੱਚ ਮੈਂ ਤੇ ਬੱਚੇ ਨੂੰ ਮੇਰਾ ਇਹ ਕਹਿਣਾ ਹੈ ਕਿ ਬੱਚੇ ਨੂੰ A ਫॉर ਅਮੈਰੀਕਾ ਅਤੇ C ਫॉर ਕੈਨੇਡਾ ਹੀ ਸਿਖਾਇਆ ਜਾਂਦਾ ਆ। ਰੈਸਟ ਲਾਈਕ A ਫॉर ਐਪਲ B ਫॉर ਬॉल ਨਹੀਂ ਹੁੰਦਾ ਇੱਥੇ V ਫॉर ਵੀਜ਼ਾ ਹੀ ਹੈ, ਠੀਕ ਹੈ। ਬਟ ਵੀ ਹੈਵ ਬੀਨ ਡੂਇੰਗ P ਫॉर ਪੀਜ਼ਾ ਹੀਅਰ, ਰਾਈਟ, ਐਂਡ F ਫॉर ਫੈਕਟਰੀ। ਤੇ ਮੁਹੱਬਤ ਜੀ, ਜੇਕਰ ਆਪਾਂ ਗੱਲ ਕਰਦੇ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਇੱਕ ਕਾਰ ਨੂੰ ਕ੍ਰੀਏਟ ਕਰਕੇ ਆਪਣਾ ਇੱਕ ਇਹਨੂੰ ਰੈਸਟੋਰੈਂਟ ਦਾ ਰੂਪ ਦਿੱਤਾ ਹੈ, ਇਹਨੂੰ ਇੱਕ ਆਪਣਾ ਜਿੱਥੇ ਤੁਸੀਂ ਬਣਾ ਕੇ ਚੀਜ਼ਾਂ ਵੇਚਦੇ ਹੋ। ਇਹਦਾ ਆਈਡੀਆ ਤੁਹਾਨੂੰ ਕਿਵੇਂ ਆਇਆ ਔਰ ਕਿਵੇਂ ਇਹਨੂੰ ਤੁਸੀਂ ਬਣਾਇਆ, ਕਿਵੇਂ ਕ੍ਰੀਏਟ ਕੀਤਾ? ਭਾਜੀ ਐਕਚੁਅਲੀ ਐਜ਼ ਆਈ ਟੋਲਡ ਯੂ ਦੈਟ ਆਈ ਹੈਵ ਲਿਵਡ ਇਨ ਦਿੱਲੀ ਫॉर 30 years ਅਤੇ ਦਿੱਲੀ ਦੇ ਵਿੱਚ ਇਹ ਸਭ ਚੀਜ਼ਾਂ ਬਹੁਤ ਪਹਿਲਾਂ ਤੋਂ ਹੈ। ਮੈਂ ਨਹੀਂ ਕਹੂੰਗਾ ਮੈਂ ਇਸ ਲਈ ਕੋਈ ਕ੍ਰੀਏਟਿਵ ਮਾਈਂਡ ਯੂਜ਼ ਕੀਤਾ, ਇਹ ਕੀਤਾ ਉਹ ਕੀਤਾ। ਇਹ ਦਿੱਲੀ ਦੇ ਵਿੱਚ ਬਹੁਤ ਬਚਪਨ ਤੋਂ ਦੇਖ ਰਿਹਾ ਮੈਂ ਫੂਡ ਕਾਰਟਸ, ਫੂਡ ਟਰੱਕਸ ਦਿੱਲੀ 'ਚ ਬਚਪਨ ਤੋਂ ਹੈ। ਮੋਰ ਓਵਰ ਅਬਰੋਡ ਚਲੇ ਜਾਓ ਅਤੇ ਉੱਥੇ ਵੀ ਹੈ, ਬਹੁਤ ਟਾਈਮ ਤੋਂ ਇਹ ਚੱਲ ਰਿਹਾ ਫੂਡ ਟਰੱਕਸ। ਇਹ ਬਸ ਆਪਣੇ ਇੱਥੇ ਟਰੈਂਡ ਨਹੀਂ ਸੀਗਾ, ਆਪਾਂ ਇਸ ਏਰੀਆ 'ਚ ਬਸ ਇਹ ਟਰੈਂਡ ਲੈ ਆਏ ਐਂਡ ਇਟ ਟਰਨਡ ਆਊਟ ਟੂ ਬੀ ਅ ਗੁੱਡ ਲਾਈਕ ਪੀਪਲ ਪ੍ਰੈਫਰ ਫੂਡ ਟਰੱਕਸ ਓਵਰ ਗੁੱਡ ਰੈਸਟੋਰੈਂਟਸ, ਠੀਕ ਹੈ। ਇੱਕ ਉਹਨਾਂ ਨੂੰ ਵਧੀਆ ਚੀਜ਼ ਮਿਲਦੀ ਹੈ, ਸਸਤੇ 'ਚ ਮਿਲ ਜਾਂਦੀ ਹੈ, ਕੁਆਲਿਟੀ ਚੀਜ਼ ਮਿਲਦੀ ਹੈ, ਕਿਉਂਕਿ ਆਪਾਂ ਹਰ ਚੀਜ਼ ਕੁਆਲਿਟੀ ਦੀ ਯੂਜ਼ ਕਰਦੇ ਹਾਂ। ਮੈਂ ਚੀਜ਼ ਜਿਹੜਾ ਯੂਜ਼ ਕਰਦਾ ਜਾਂ ਗੋ ਦਾ ਯੂਜ਼ ਕਰੂੰਗਾ ਜਾਂ ਫਿਰ ਅਮੂਲ ਦਾ ਯੂਜ਼ ਕਰੂੰਗਾ। ਸੌਸਿਸ ਜਿਹੜੀਆਂ ਸਾਡੀ ਯੂਜ਼ ਹੁੰਦੀਆਂ ਵੀਬਾ ਦੀ ਯੂਜ਼ ਹੁੰਦੀਆਂ ਆ, ਠੀਕ ਹੈ। ਸਾਡੀ ਪੀਜ਼ਾ ਸੌਸ ਜਿਹੜੀ ਹੁੰਦੀ ਹੈ ਆਪਣੇ ਘਰ ਦੀ ਹੁੰਦੀ ਹੈ, ਖੁਦ ਆਪਾਂ ਬਣਾਈ ਦੀ ਹੈ। ਫਰੈਸ਼ ਪੀਜ਼ਾ ਬੇਸ ਦੇਈਦਾ ਆ, ਜਿਹਨੇ ਕਿ ਅੱਛੇ ਤੋਂ ਅੱਛੇ ਰੈਸਟੋਰੈਂਟਸ ਯੂਜ਼ ਕਰਦੇ ਹੈ। ਵੀ ਆਰ ਆਲਸੋ ਗਿਵਿੰਗ ਲਾਈਕ ਫਰੈਸ਼ ਪੀਜ਼ਾ ਬੇਸ। ਸੋ ਐਸੀ ਕੋਈ ਕਮੀ ਨਹੀਂ ਹੈਗੀ ਆਪਣੇ ਫੂਡ ਟਰੱਕ 'ਤੇ ਟਾਟਾ 207 ਸੀਗੀ ਇਹ ਗੱਡੀ ਪਹਿਲਾਂ, ਜਿਹਨੂੰ ਆਪਾਂ ਕਨਵਰਟ ਕੀਤਾ ਫੂਡ ਟਰੱਕ ਦੇ ਵਿੱਚ ਅਤੇ ਇੱਥੇ ਲੈ ਕੇ ਆਏ ਅਤੇ ਸ਼ੁਰੂ ਕੀਤਾ ਕੰਮ। ਸੋ ਮੈਂ ਸਭ ਨੂੰ ਇਹ ਕਹੂੰਗਾ ਕਿ ਲਾਈਕ ਜੇ ਕੋਈ ਸਾਡੇ ਤੋਂ ਇਨਫਲੂਐਂਸ ਹੁੰਦਾ ਆ, ਆਈ ਵੁੱਡ ਰੀਅਲੀ ਐਪਰੀਸ਼ੀਏਟ ਹੈਲਪਿੰਗ ਦੈਟ ਪਰਸਨ। ਕਿ ਜੇ ਤੁਸੀਂ ਵੀ ਕੁਛ ਕਰਨਾ ਚਾਹੁੰਦੇ ਹੋ, ਯੂ ਆਰ ਆਲਵੇਜ਼ ਵੈਲਕਮ, ਰਾਈਟ। ਯੂ ਕੈਨ ਟੇਕ ਮਾਈ ਨੰਬਰ, it's 6239261641 and give us a call, right, and we can fix up a meeting. And Pizza Factory, our team will definitely help you in like settling your things down here in Punjab or wherever you want to. ਤੇ ਮੁਹੱਬਤ ਜੀ, ਜੇਕਰ ਆਪਾਂ ਗੱਲ ਕਰਦੇ ਹਾਂ ਕਿ ਅੱਜ ਖਾਸ ਕਰਕੇ ਖਾਣ ਪੀਣ ਦੀ ਅਗਰ ਆਪਾਂ ਗੱਲ ਕਰਦੇ ਹਾਂ, ਅੱਜ ਬਹੁਤ ਵੈਰਾਈਟੀ ਆ, ਬਹੁਤ ਸਾਰੇ ਰੈਸਟੋਰੈਂਟ, ਬਹੁਤ ਸਾਰੇ ਐਸੇ ਫੂਡ ਕਾਰਨਰਸ ਨੇ ਜੋ ਖੁੱਲ੍ਹੇ ਹੋਏ ਨੇ, ਜਿਨ੍ਹਾਂ ਦਾ ਬਹੁਤ ਕੰਪੀਟੀਸ਼ਨ ਹੈਗਾ ਮਾਰਕੀਟ ਦੇ ਵਿੱਚ। ਤੇ ਤੁਸੀਂ ਉਹਨਾਂ ਤੋਂ ਕਿਵੇਂ ਡਿਫਰੈਂਟ ਹੋ, ਕਿਵੇਂ ਤੁਸੀਂ ਆਪਣਾ ਫੂਡ ਜਿਹੜਾ ਉਹ ਤਿਆਰ ਕਰਦੇ ਹੋ? ਔਰ ਯਾਨੀ ਕਿ ਅਗਰ ਆਪਾਂ ਪੰਜਾਬੀ 'ਚ ਗੱਲ ਕਰੀਏ, ਗਾਹਕ ਤੁਹਾਡੇ ਕੋਲ ਕਿਉਂ ਆਊਗਾ? ਤੁਸੀਂ ਕੀ ਇਹਨੂੰ ਅਲੱਗ ਦੇ ਰਹੇ ਹੋ ਜਾਂ ਕਿਵੇਂ ਆਪਣਾ ਸਾਰੀ ਪ੍ਰੈਪਰੇਸ਼ਨ ਵਗੈਰਾ ਕਰਦੇ ਹੋ? ਬ੍ਰਦਰ, ਸਭ ਤੋਂ ਪਹਿਲਾਂ ਆਪਾਂ ਹਰ ਚੀਜ਼ ਨਾ ਹਾਈਜੀਨਿਕ ਰੱਖੀ ਦੀ ਹੈ। ਹਾਈਜੀਨ ਇਜ਼ ਦੀ ਫਸਟ ਪ੍ਰਾਇਓਰਿਟੀ। ਆਪਾਂ ਜਦੋਂ ਵੀ ਆਉਂਦੇ ਹਾਂ ਰੋਜ਼, ਸਭ ਤੋਂ ਪਹਿਲਾਂ ਮੈਂ ਪੂਰੀ ਸਫਾਈ ਆਪ ਕਰਦਾ ਜਾਂ ਮੇਰੇ ਬੰਦੇ ਕਰਦੇ ਆ। ਸੈਕਿੰਡਲੀ, ਆਪਾਂ ਹਰ ਚੀਜ਼ ਫਰੈਸ਼ ਯੂਜ਼ ਕਰੀਦੀ ਹੈ। ਥਰਡਲੀ ਲਾਈਕ ਹਰ ਚੀਜ਼ ਆਪਾਂ ਬ੍ਰਾਂਡਡ ਯੂਜ਼ ਕਰਦੇ ਹਾਂ ਅਤੇ ਰੇਟ ਵੀ ਸਾਡੇ ਨੋਰਮਲ ਨੇ। ਹੁਣ ਮੇਰੇ ਕੋਲ 199 ਦੇ ਵਿੱਚ ਅਨਲਿਮਿਟਿਡ ਪੀਜ਼ਾ ਆ। ਆਈ ਗੋਟ ਅਨਲਿਮਿਟਿਡ ਪੀਜ਼ਾ ਇਨ ਜਸਟ 199 ਕਿ ਇੱਕ ਬੰਦਾ ਇੱਥੇ ਬਹਿ ਕੇ ਜਿੰਨੇ ਮਰਜ਼ੀ ਪੀਜ਼ੇ ਖਾ ਸਕਦਾ ਹੈ। ਵੈਨ ਆਈ ਸੇ ਜਿੰਨੇ ਮਰਜ਼ੀ, ਦੈਟ ਮੀਨਸ ਦੇਰ ਇਜ਼ ਨੋ ਕਾਊਂਟ। ਤੁਸੀਂ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ, ਜਿੰਨੇ ਮਰਜ਼ੀ ਪੀਜ਼ੇ ਖਾਓ, ਜਦੋਂ ਤੱਕ ਤੁਹਾਡਾ ਢਿੱਡ ਨਹੀਂ ਭਰਦਾ ਖਾਂਦੇ ਰਹੋ। ਅਨਲਿਮਿਟਿਡ ਪੀਜ਼ਾਸ। ਆਈ ਐਮ ਨਾਟ ਸ਼ੋਰ ਕਿ ਇਸ ਮੇਰੇ ਏਰੀਆ ਦੇ ਵਿੱਚ ਕੋਈ ਹੋਰ ਦੇ ਰਿਹਾ ਇਹ ਆਫਰ। ਲੋਕੀ ਦਿੰਦੇ 1+1। ਆਈ ਮੀਨ ਗਿਵਿੰਗ ਯਾਰ 200 ਰੁਪਏ ਤੋਂ ਜਿੰਨੇ ਮਰਜ਼ੀ ਖਾਓ ਯਾਰ, ਕੋਈ ਰੋਕ ਟੋਕ ਨਹੀਂ ਹੈ। ਤੇ ਮੁਹੱਬਤ ਜੀ, ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈਗਾ? ਅਸੀਂ ਥੋੜ੍ਹਾ ਤੁਹਾਡੀ ਫੈਮਿਲੀ ਬਾਰੇ ਵੀ ਜਾਣਨਾ ਚਾਹਾਂਗੇ ਔਰ ਕਿਵੇਂ ਤੁਹਾਨੂੰ ਕਿਵੇਂ ਰਿਸਪੌਂਸ ਮਿਲ ਰਿਹਾ ਤੁਹਾਡਾ ਫੈਮਿਲੀ ਦਾ? ਦੇਖੋ, ਮੇਰੀ ਫੈਮਿਲੀ ਦੇ ਵਿੱਚ ਮੇਰੇ ਮੋਮ ਡੈਡ ਲਾਈਕ ਬੇਸਿਕਲੀ ਵੀ ਆਰ ਅ ਜੁਆਇੰਟ ਫੈਮਿਲੀ। ਸੋ ਮੇਰੇ ਤਾਇਆ ਜੀ ਹੈ, ਚਾਚਾ ਜੀ ਹੈ, ਮੋਮ ਡੈਡ ਨੇ, ਤਾਈ ਜੀ, ਚਾਚੀ ਜੀ, ਵਾਈਫ ਆ, 5 ਅਸੀਂ ਭਰਾ ਆ, ਇੱਕ ਸਿਸਟਰ ਹੈ ਸਾਡਾ। ਅੱਜ ਵੀ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਹਾਂ, ਹੈ ਨਾ। ਅਤੇ ਰੈਸਟ ਦੇ ਸਪੋਰਟ ਮੀ ਅਲੋਟ। ਮੇਰੇ ਤਾਇਆ ਜੀ ਇਜ਼ ਅ ਜਨਰਲ ਮੈਨੇਜਰ, ਰਿਟਾਇਰਡ ਪੰਜਾਬ ਐਂਡ ਸਿੰਧ ਬੈਂਕ, ਅਤੇ he is the one who is actually like behind everything. He's been helping me and he's been telling me everything. He actually guides me about business, about things like how things can be made better here. So he's my godfather, I would say. like ਉਹਨਾਂ ਨੇ ਮੈਨੂੰ ਪੜ੍ਹਾਇਆ ਲਿਖਾਇਆ ਹੈ ਸ਼ੁਰੂ ਤੋਂ।
ਤੇ ਰੈਸਟ ਮੇਰੀਆਂ ਬੇਟੀਆਂ ਹੈਗੀਆਂ, ਦੇ ਆ ਮਾਈ ਐਂਜਲਸ, ਹੈ ਨਾ। ਤੇ ਜਦੋਂ ਥੱਕ ਕੇ ਜਾਈਦਾ ਘਰੇ ਹਮੇਸ਼ਾ ਬੱਚੀਆਂ ਮਿਲਦੀਆਂ ਤੇ ਪੂਰੀ ਥਕਾਵਟ ਉਤਰ ਜਾਂਦੀ ਹੈ। ਵਾਈਫ ਹੈ ਬਹੁਤ ਸਪੋਰਟਿਵ ਹੈ। ਡੈਡ ਹੈ ਮੇਰੇ ਆਪਣੇ ਇਸ ਏਰੀਆ ਦੇ ਬਹੁਤ ਪੁਰਾਣੇ ਪਹਿਲਵਾਨ ਰਹੇ ਆ, ਉਹਨਾਂ ਨੂੰ ਬਿੰਦੀ ਪਹਿਲਵਾਨ ਕਿਹਾ ਜਾਂਦਾ, ਲਾਈਕ ਹੀ ਇਜ਼ ਦ ਵਨ ਆਫ ਦ ਫੇਮਸ ਪਹਿਲਵਾਨਸ ਰੈਸਲਰਸ ਇਨ ਆਵਰ ਏਰੀਆ, ਤੇ ਮੰਨੇ ਪਰਮੰਨੇ ਪਹਿਲਵਾਨ ਜਿਹਨੂੰ ਕਹਿੰਦੇ ਆ। ਤੇ ਉਸ ਤੋਂ ਬਾਅਦ ਚਾਚਾ ਜੀ ਨੇ ਲਾਈਕ ਹੀ ਇਜ਼ ਆਲਸੋ ਐਨ ਐਗਰੀਕਲਚਰਿਸਟ, ਤੇ ਡੈਡ, ਚਾਚਾ ਜੀ, ਤਾਇਆ ਜੀ ਸਭ ਮਿਲ ਕੇ ਆਪਣੇ ਐਗਰੀਕਲਚਰਿਸਟ ਨੇ ਤਿੰਨੋਂ, ਆਪਣਾ ਵਾਈ ਕਰਦੇ ਨੇ। ਐਂਡ ਵੀ ਗੋਟ basically if I talk about my family background, so we guys came from Pakistan and we didn't had anything। ਇਹ ਨਾ ਸੋਚਿਓ ਕਿ ਅਸੀਂ ਜੱਦੀ ਰਹੀ ਸਾਂ ਕਿ ਬਈ ਦਾਦਿਆਂ ਨੇ ਛੱਡੀ ਹੈ, ਪੜਦਾਦਿਆਂ ਨੇ ਪ੍ਰੋਪਰਟੀ ਛੱਡੀ ਹੈ, ਇਟਸ ਨਥਿੰਗ ਲਾਈਕ ਦੈਟ। ਮਿਹਨਤ ਸਾਡੇ ਖੂਨ ਦੇ ਵਿੱਚ ਹੈਗੀ ਹੈ। ਐਂਡ ਲਾਈਕ ਵੈਨ ਵੀ ਕੇਮ ਫਰੋਮ ਪਾਕਿਸਤਾਨ ਵੀ ਹੈਡ ਨਥਿੰਗ, ਵੀ ਓਨਲੀ ਗੋਟ ਅਬਾਊਟ 6 acres of land in this area, and from that 6 acres my family, my like dad, Tau ji, Chacha ji, they have made about more than 100 acres now। so ਮਿਹਨਤ ਸਾਡੇ ਖੂਨ 'ਚ ਹੈਗੀ ਆ, ਮਿਹਨਤ ਨੂੰ ਆਪਾਂ ਕਦੀ ਪਿੱਛੇ ਨਹੀਂ ਹਟਦੇ। ਮੇਰੇ 3 ਭਰਾ ਹੈਗੇ ਆ, ਦੇ ਆਰ ਸੈਟਲਡ ਇਨ ਕੈਨੇਡਾ। ਇੱਕ ਜਿਹੜਾ ਮੇਰਾ ਐਲਡਰ ਬ੍ਰਦਰ ਹੈਗਾ, ਲਾਈਕ ਹੀ ਇਜ਼ ਇਨ ਕੈਨੇਡੀਅਨ ਪੁਲਿਸ, ਤੇ ਰਜਾਈਨਾ ਸਕੈਚਵਿਨ 'ਚ ਹੈ। ਜਿਹੜਾ ਛੋਟਾ ਉਸ ਤੋਂ ਹੈਗਾ ਲਾਈਕ ਵਨ ਹੂ ਇਜ਼ ਯੰਗਰ ਟੂ ਮੀ, ਉਹ ਵੀ ਸਕੈਚਵਿਨ 'ਚ ਹੈ, ਹੀ ਇਜ਼ ਅ ਲਾਇਰ ਦੇਅਰ। ਉਸ ਤੋਂ ਛੋਟਾ ਜਿਹੜਾ ਹੈਗਾ ਹੀ ਇਜ਼ ਇਨ ਮਰਚੈਂਟ ਨੇਵੀ ਇਨ ਕੈਨੇਡਾ। ਐਂਡ ਉਸ ਤੋਂ ਛੋਟਾ ਹੈਗਾ ਹੀ ਬਨ ਲਾਈਕ ਹੀ ਹੈਜ਼ ਰੀਸੈਂਟਲੀ ਕੰਪਲੀਟਡ ਹਿਜ਼ engineering, so he been also trying, probably he will go abroad or not, I am not sure about his future। rest ਇਸ ਵੇਲੇ like ਅਸੀਂ ਦੋਵੇਂ ਭਰਾ ਇੱਥੇ ਆ। my sister, she's like she was a deputy director in BMW all over like India ਨੂੰ handle ਕਰਦੀ ਸੀ। now she's handling ਰੈਨੋ ਘਾਨਾ ਦੇ ਵਿੱਚ ਹੈਗੀ ਹੈ, ਰੈਨੋ ਗੱਡੀਆਂ ਦੀ ਕੰਪਨੀ ਜਿਹੜੀ ਹੈ ਉਹਦੇ 'ਚ ਆਪਣੀ ਮਾਰਕੀਟਿੰਗ ਹੈਡ ਆ, ਤੇ ਮਾਰਕੀਟਿੰਗ ਲਾਈਕ ਸ਼ੀ ਇਜ਼ ਅ ਡਾਇਰੈਕਟਰ ਦੇਅਰ। ਤੇ ਫੈਮਲੀ ਇਜ਼ ਵੈਲ ਐਜੂਕੇਟਿਡ, ਠੀਕ ਹੈ, ਸਭ ਕੁਛ ਅੱਛਾ ਹੈ, ਮਿਹਨਤੀ ਫੈਮਿਲੀ ਹੈ। ਸੋ ਦੈਟਸ ਦ ਰੀਜ਼ਨ ਇਟ ਲਾਈਕ ਮੇਰੇ ਖੂਨ 'ਚ ਹੈ ਮਿਹਨਤ, ਤੇ ਉਹ ਤੋਂ ਆਪਾਂ ਕਦੀ ਪਿੱਛੇ ਨਹੀਂ ਹਟੇ। ਮੈਂ ਖੁਦ 12th ਤੋਂ ਜੋਬ ਕਰ ਰਿਹਾ। ਆਈ ਹੈਵ ਸਟਾਰਟਡ ਵਰਕਿੰਗ ਵੈਨ ਆਈ ਵਾਜ਼ ਇਨ 12th, ਅਤੇ 12th ਕੰਪਲੀਟ ਕਰਨ ਤੋਂ ਬਾਅਦ ਹੀ ਨਾਲ ਆਪਣੀ ਪੜ੍ਹਾਈ ਵੀ ਕੀਤੀ, ਨਾਲ ਜੋਬ ਕਰ ਰਿਹਾ ਸੀਗਾ। ਅਤੇ ਬਹੁਤ ਅਪਸ ਐਂਡ ਡਾਊਨਸ ਦੇਖੇ ਲਾਈਫ ਦੇ ਵਿੱਚ। ਆਈ ਹੈਵ ਲਿਵਡ ਅਲੋਨ ਫੋਰ ਸੋ ਮੈਨੀ ਈਅਰਸ। ਅਤੇ ਕਈ ਵਾਰੀ ਤਾਂ ਇੱਦਾਂ ਵੀ ਹੁੰਦਾ ਸੀਗਾ ਕਿ ਲਾਈਕ ਡਿਨਰ ਕਰਨ ਦੇ ਵੀ ਪੈਸੇ ਨਹੀਂ ਹੁੰਦੇ ਸੀ, ਠੀਕ ਹੈ। ਆਈ ਹੈਵ ਸੀਨ ਵਰਸਟ ਆਫ ਦੀ ਵਰਸਟ ਡੇਜ਼ ਇਨ ਮਾਈ ਲਾਈਫ, ਯੂ ਵੋਂਟ ਈਵਨ ਬਿਲੀਵ ਆਪਾਂ ਕਿੱਥੋਂ ਉੱਠੇ ਹਾਂ ਮੈਨੂੰ ਪਤਾ ਆ, ਬਟ ਆਈ ਹੈਵ ਨੈਵਰ ਲਾਈਕ ਐਕਚੁਅਲੀ like asked even a single dime from my parents ke I need money for anything, like probably for food or for shelter। ਖੁਦ ਹੀ ਅਰੇਂਜ ਕੀਤਾ ਜਿੱਦਾਂ ਕੀਤਾ। ਅੱਜ ਵੀ ਉੱਤੇ ਹੀ ਖੜੇ ਆ, ਜੋ ਫੈਮਿਲੀ ਵੈਲਿਊਜ਼ ਹੈਗੀ ਹੈ ਬਸ ਉਹ ਲੈ ਕੇ ਅੱਗੇ ਚੱਲਦੇ ਆ। ਅਤੇ ਤਾਈਓ ਇਸ ਏਰੀਆ ਦੇ ਵਿੱਚ ਵੀ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਹੈ ਨਾ। ਅਤੇ ਹੁਣ ਸਾਨੂੰ ਦੇਖਾ ਦੇਖੀ ਹੋਰ ਵੀ ਕਈ ਲੋਕਾਂ ਨੇ ਇੱਥੇ ਕਾਰਟਸ ਲਾਈਆਂ, ਜੋ ਕਿ ਮੈਨੂੰ ਬਹੁਤ ਚੰਗਾ ਲੱਗਿਆ। ਕੋਈ ਰੈਸਟੋਰੈਂਟ ਸ਼ੁਰੂ ਹੋ ਗਏ। ਐਂਡ ਦਿਸ ਏਰੀਆ ਐਕਚੁਅਲੀ ਲਾਈਕ ਸਟਾਰਟਡ ਡਿਲੀਵਰਿੰਗ ਪਿੱਜ਼ਾਸ ਲਾਈਕ ਐਨੀਥਿੰਗ, ਲਾਈਕ ਜਿੱਥੇ ਕਿ ਸਿਰਫ ਛੋਟੇ ਮੋਟੇ ਲਈ ਚੀਜ਼ਾਂ ਜੀਆਂ ਵਿਕਦੀਆਂ ਸੀ ਰੇਹੜੀਆਂ, ਅਤੇ ਅੱਜ ਡੇਟ ਦੇ ਵਿੱਚ ਹਰ ਇੱਕ ਦੂਜਾ ਤੀਜਾ ਰੈਸਟੋਰੈਂਟ ਨੇ ਪਿੱਜ਼ਾ ਸ਼ੁਰੂ ਕਰ ਲਿਆ। ਇਹ ਪਿਛਲੇ 1 ਸਾਲ ਦੇ ਵਿੱਚ ਡਿਵੈਲਪਮੈਂਟ ਹੋਈ ਇਸ ਏਰੀਆ ਦੀ, ਵਿਚ ਆਈ ਐਮ ਵੈਰੀ ਹੈਪੀ ਕਿ ਇੱਥੋਂ ਦੀ ਮਾਰਕੀਟ ਬਣ ਰਹੀ ਹੈ। ਰਾਈਟ, ਮੀ ਪਰਸਨਲੀ ਆਈ ਐਮ ਵੈਰੀ ਹੈਪੀ ਵਿਦ ਦਿਸ ਕਿ ਆਪਾਂ ਕੁਛ ਇਸ ਮਾਰਕੀਟ ਨੂੰ ਦੇ ਰਹੇ ਹਾਂ। ਰਾਈਟ, ਵੀ ਹੈਵ ਬੀਨ ਐਕਚੁਅਲੀ ਗਿਵਿੰਗ ਸਮਥਿੰਗ ਟੂ ਦਿਸ ਮਾਰਕੀਟ, ਟੂ ਦਿਸ ਏਰੀਆ, ਕਿ ਇੱਥੋਂ ਦੇ ਲੋਕ ਕੁਛ ਖਾ ਰਹੇ ਨੇ, ਕੁਛ ਕਮਾ ਰਹੇ ਨੇ। ਵੈਨ ਆਈ ਸਟਾਰਟਡ ਦੇਰ ਵਾਜ਼ ਨੋਬਡੀ। ਤੇ ਮੁਹੱਬਤ ਜੀ, ਤੁਹਾਡੀ ਫਿਊਚਰ ਪਲੈਨਿੰਗ ਕੀ ਹੈ? ਔਰ ਲਾਸਟ ਦੇ ਵਿੱਚ ਮੈਂ ਤੁਹਾਡੇ ਕੋਲ ਇਹ ਕਹਿਣਾ ਚਾਹੂੰਗਾ ਕਿ ਸਾਡੇ ਜੋ ਨੌਜਵਾਨ ਅੱਜ ਦੇਖੀ ਬਾਹਰ ਜਾ ਰਹੇ ਨੇ, ਜਾਂ ਇੰਡੀਆ ਦੇ ਵਿੱਚ ਰਹਿ ਕੇ ਵੀ ਉਹ ਕੋਈ ਕੰਮ ਕਰਨਾ ਪਸੰਦ ਨਹੀਂ ਕਰਦੇ, ਉਹਨਾਂ ਵਾਸਤੇ ਤੁਸੀਂ ਕੋਈ ਆਪਣੇ ਇਲਾਕੇ ਦੇ ਨੌਜਵਾਨਾਂ ਵਾਸਤੇ ਕੋਈ ਮੈਸੇਜ, ਕੋਈ ਪੈਗਾਮ, ਜਾਂ ਤੁਸੀਂ ਕੋਈ ਗੱਲ ਸ਼ੇਅਰ ਕਰਨੀ ਹੈ? ਇਹੀ ਕਹੂੰਗਾ ਕਿ ਲਾਈਕ ਜੇ ਕੋਈ ਲਾਈਫ ਦੇ ਵਿੱਚ ਹੈਲਪ ਦੀ ਲੋੜ ਹੈ, ਯੂ ਆਰ ਆਲਵੇਜ਼ ਵੈਲਕਮ, ਕਮ ਟੂ ਅਸ, ਆਰ ਵੀ ਵਿਲ ਡੈਫੀਨੇਟਲੀ ਗਾਈਡ ਯੂ। ਜੇ ਤੁਸੀਂ ਕੋਈ ਫੂਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸੋ ਵੀ ਵਿਲ ਡੈਫੀਨੇਟਲੀ ਗਾਈਡ ਯੂ ਹਾਊ ਟੂ ਸਟਾਰਟ ਐਂਡ ਹਾਊ ਟੂ ਬਿਗੇਨ, ਵਟ ਯੂ ਨੀਡ ਟੂ ਡੂ, ਠੀਕ ਹੈ। ਰੈਸਟ ਆਪਾਂ ਕੀ ਕਹਿੰਦੇ ਉਹਨਾਂ ਨੂੰ ਇਹੀ ਕਿ ਕਹੂੰਗਾ, ਨਸ਼ਿਆਂ ਤੋਂ ਦੂਰ ਰਹੋ। ਕੰਮ ਸਭ ਤੋਂ ਵੱਡਾ ਨਸ਼ਾ ਆ, ਕੰਮ ਦਾ ਨਸ਼ਾ ਕਰੋ, ਠੀਕ ਹੈ। ਜਿਹੜੇ ਨਸ਼ੇ ਕਰਦੇ ਉਹਨਾਂ ਨੂੰ ਕਹੋ ਨਸ਼ੇ ਤੋਂ ਦੂਰ ਹੋ ਜਾਓ ਕਾਕਾ, ਕੰਮ ਦਾ ਨਸ਼ਾ ਕਰ ਲੋਗੇ ਤਾਂ ਤਰ ਜਾਓਗੇ। ਨਹੀਂ ਤਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਸੁਣਿਆ, ਕੋਈ ਮਾਂ ਪਿਓ ਨੂੰ ਕੁੱਟਦਾ ਨਸ਼ੇ ਲਈ, ਕੋਈ ਘਰਾਂ 'ਚ ਚੋਰੀਆਂ ਕਰਦੇ ਨਸ਼ੇ ਲਈ,
ਇਹ ਐਂਡਲੈਸ ਚੀਜ਼ ਹੈਗੀ ਹੈ, ਇਹਨਾਂ ਤੋਂ ਬਚੋ। ਇਹ ਤੁਹਾਡਾ ਘਰ ਬਰਬਾਦ ਕਰਕੇ ਹੀ ਛੱਡਦਾ ਆ। ਸ਼ਰਾਬ ਅਤੇ ਜਿੰਨੇ ਵੀ ਹੋਰ ਬਾਕੀ ਕੋਈ ਚਿੱਟੇ ਕਾਲੇ ਜੋ ਵੀ ਨਸ਼ੇ ਹੁੰਦੇ ਨੇ, ਆਈ ਐਮ ਨਾਟ ਸ਼ੋਰ ਅਬਾਊਟ ਦੈਮ, ਜੋ ਵੀ ਨੇ, ਲਾਈਕ ਜਸਟ ਸਟੇ ਅਵੇ ਫਰੋਮ ਡਰੱਗਸ। ਠੀਕ ਹੈ, ਆਪਣੇ ਮਾਂ ਪਿਓ ਦੀ ਹੈਲਪ ਕਰੋ। ਜੇ ਤੁਸੀਂ ਕੋਈ ਕੰਮ ਨਹੀਂ ਕਰਦੇ ਤੇ ਬਟ ਐਟਲੀਸਟ ਉਹਨਾਂ ਦੇ ਬੋਝ ਨਾ ਬਣੋ। ਕੋਈ ਛੋਟਾ ਮੋਟਾ ਉਪਰਾਲਾ ਕਰ ਲਓ, ਕੋਈ ਫ਼ਰਕ ਨਹੀਂ ਪੈਂਦਾ। ਜੇ ਤੁਸੀਂ ਵੱਡੇ ਸਰਦਾਰਾਂ ਦੇ ਵੀ ਬੇਟੇ ਹੈਗੇ ਹੋ, ਕੋਈ ਫ਼ਰਕ ਨਹੀਂ ਪੈਂਦਾ ਜੇ ਆਪਾਂ ਕੋਈ ਛੋਟਾ ਜਿਹਾ ਕੰਮ ਵੀ ਸ਼ੁਰੂ ਕਰ ਲਾਂਗੇ। ਕੰਮ ਹੁੰਦਾ, ਕੰਮ ਦਾ ਕੋਈ ਮੇਣਾ ਨਹੀਂ ਹੁੰਦਾ। ਠੀਕ ਹੈ, ਵਰਕ ਵਿਲ ਆਲਵੇਜ਼ ਲਾਈਕ ਕੰਮ ਤੁਹਾਨੂੰ ਹਮੇਸ਼ਾ ਕੁਛ ਨਾ ਕੁਛ ਤੁਹਾਡੀ ਜੇਬ 'ਚ ਪਾ ਕੇ ਸ਼ਾਮ ਨੂੰ ਤੁਹਾਨੂੰ ਘਰ ਘੱਲਦਾ ਹੈ। ਕੰਮ ਕਦੀ ਤੁਹਾਨੂੰ ਭੁੱਖਾ ਨਹੀਂ ਸਵਾਉਂਦਾ। ਕੰਮ ਨੂੰ ਫਰੈਂਡ ਬਣਾਓ। ਠੀਕ ਹੈ, ਕੰਮ ਕਰੋ। ਮੈਂ ਕਹਿੰਦਾ ਜਿੰਨੀ ਕਿਰਤ ਕਰ ਸਕਦੇ ਹੋ ਉਨੀ ਕਿਰਤ ਕਰੋ। ਗੁਰੂ ਨਾਨਕ ਦੇਵ ਜੀ ਸਾਡੇ ਇੰਨੇ ਵੱਡੇ ਹੈਗੇ ਨੇ ਗੁਰੂ, ਸਾਡੇ ਲਾਈਕ ਦਿਸ਼ਾ ਦੇਣ ਵਾਲੇ ਇਨਸਾਨ ਸਾਡੇ ਗੁਰੂ ਹੈਗੇ ਨੇ। ਸਭ ਤੋਂ ਪਹਿਲਾਂ ਸਾਡੇ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਨੇ ਕਿਹਾ ਕਿਰਤ ਕਰੋ ਤੇ ਵੰਡ ਕੇ ਛਕੋ। ਸਭ ਤੋਂ ਪਹਿਲਾਂ ਤੁਹਾਨੂੰ ਮੂਲ ਮੰਤਰ ਸਾਨੂੰ ਲਾਈਫ ਦਾ ਉਹਨਾਂ ਨੇ ਹੀ ਦੇ ਦਿੱਤਾ ਕਿ ਕਿਰਤ ਕਰੋ ਤੇ ਵੰਡ ਕੇ ਛਕੋ। ਠੀਕ ਹੈ ਜੀ, ਅਤੇ ਇਹਦਾ ਮਤਲਬ ਇਹ ਕਿ ਮਿਹਨਤ ਕਰੋ ਕਾਕਾ ਜੀ। ਮਿਹਨਤ ਦਾ ਫਲ ਤੁਹਾਨੂੰ ਅੱਜ ਨਹੀਂ ਤੇ ਕੱਲ੍ਹ ਨਹੀਂ ਤੇ ਮਿਲੇਗਾ ਹੀ ਮਿਲੇਗਾ। ਆਈ ਹੈਵ ਸੀਨ ਇਟ। ਆਈ ਹੈਵ ਸੀਨ ਪੀਪਲ ਲਾਈਕ ਮਤਲਬ ਕਿ ਫਰਸ਼ਾਂ ਤੋਂ ਅਰਸ਼ 'ਤੇ ਵੀ ਜਾਂਦੇ ਦੇਖਿਆ, ਅਰਸ਼ਾਂ ਤੋਂ ਫਰਸ਼ 'ਤੇ ਵੀ ਜਾਂਦੇ ਦੇਖੇ ਹੈਗੇ ਆ। ਠੀਕ ਹੈ, 2 ਨੰਬਰ ਦਾ ਜਿਹੜਾ ਕੰਮ ਹੁੰਦਾ ਆ ਉਹ ਸਿਰਫ ਰੇਤ ਦਾ ਢੇਰ ਹੁੰਦਾ ਆ। ਉਹ ਅੱਜ ਹੈ ਕੱਲ੍ਹ ਨਹੀਂ। ਠੀਕ, ਕੁਛ ਪਤਾ ਨਹੀਂ। ਮੋਰ ਓਵਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਜੀ ਸਦਕੇ ਜਾਓ, ਉੱਥੇ ਵੀ ਮਿਹਨਤਾਂ ਹੀ ਹੈ। ਉੱਥੇ ਵਿਹਲਿਆਂ ਨੂੰ ਕੋਈ ਨਹੀਂ ਦਿੰਦਾ। ਇੱਥੇ ਤਾਂ ਵਿਹਲਿਆਂ ਨੂੰ ਮਾਂ ਪਿਓ ਖਵਾਉਂਦੇ ਆ, ਉੱਥੇ ਨਹੀਂ ਖਵਾਉਂਦਾ ਕੋਈ। ਉੱਥੇ ਟੋਇਲਟਾਂ ਵੀ ਸਾਫ਼ ਕਰਨੀਆਂ ਪੈਂਦੀਆਂ, ਉੱਥੇ ਅਖਬਾਰਾਂ ਵੀ ਸੁੱਟਣੀਆਂ ਪੈਂਦੀਆਂ, ਉੱਥੇ ਉਹ ਕੰਮ ਕਰਨੇ ਪੈਂਦੇ ਆ ਜਿਹੜੇ ਕਿ ਤੁਸੀਂ ਕਦੀ ਸੋਚੇ ਨਹੀਂ ਹੋਣਗੇ। ਸੀਰੀਅਸਲੀ, ਮਜ਼ਾਕ ਦੀ ਗੱਲ ਨਹੀਂ ਹੈ। ਗੋਡੇ ਗੋਡੇ ਬਰਫ਼ ਹੁੰਦੀ ਹੈ ਜਿਹਦੇ ਵਿੱਚ ਸਾਈਕਲ ਲੈ ਕੇ ਜਾਈਦਾ ਅਤੇ ਅਖਬਾਰਾਂ ਸੁੱਟੀ ਦੀਆਂ। ਖੁਦ ਨੂੰ ਐਕਸਪੀਰੀਅੰਸ ਹੈ। ਆਈ ਹੈਵ ਸੀਨ guys staying in one room, 10 guys staying in a room, a small room, 10 guys staying, right? ਕਿ ਕੋਈ ਸ਼ਿਫਟ 'ਤੇ ਜਾਂਦਾ ਹੈ, ਕੋਈ ਆਉਂਦਾ ਹੈ, ਕਦੀ ਉਸ ਰੂਮ ਦੀ ਲਾਈਟ ਔਨ ਨਹੀਂ ਹੋਈ। ਕਿਉਂ? ਕਿਉਂਕਿ ਹਰ ਵੇਲੇ ਕੋਈ ਨਾ ਕੋਈ ਸੁੱਤਾ ਰਹਿੰਦਾ ਸੀ ਉਸ ਕਮਰੇ 'ਚ। ਸੋ ਇਹੀ ਕਹੂੰਗਾ ਕਿ ਆਪਣਾ ਪੋਟੈਂਸ਼ੀਅਲ ਪਹਿਚਾਨੋ। ਪਹਿਲਾਂ ਆਪਣਾ ਪੋਟੈਂਸ਼ੀਅਲ ਪਹਿਚਾਨੋ, ਮੇਰੇ ਪਿੱਛੇ ਨਾ ਲੱਗੋ। ਤੁਹਾਡੇ 'ਚ ਕੀ ਪੋਟੈਂਸ਼ੀਅਲ ਹੈਗਾ ਉਹ ਦੇਖੋ। ਕਿਸੇ ਦੇ ਵਿੱਚ ਕੁਛ ਪੋਟੈਂਸ਼ੀਅਲ ਹੋ ਸਕਦਾ, ਕਿਸੇ 'ਚ ਕੁਛ ਪੋਟੈਂਸ਼ੀਅਲ ਹੋ ਸਕਦਾ। ਮੈਂ ਨਹੀਂ ਕਹਿੰਦਾ ਕਿ ਫੂਡ ਬਿਜ਼ਨਸ ਇਜ਼ ਓਨਲੀ ਬਿਜ਼ਨਸ ਵਿਚ ਇਜ਼ ਗੁੱਡ। ਬਹੁਤ ਸਾਰੀਆਂ ਹੋਰ ਚੀਜ਼ਾਂ ਹੈਗੀਆਂ, ਕੰਸਟਰਕਸ਼ਨ ਬਿਜ਼ਨਸ, ਫੂਡ ਬਿਜ਼ਨਸ। ਠੀਕ ਹੈ, ਵੀ ਆਲਸੋ ਹੈਵ ਲਾਈਕ ਕੋਈ ਕਰਿਆਨੇ ਦੀ ਦੁਕਾਨ ਕਰ ਸਕਦਾ, ਕੋਈ ਕੁਛ ਕਰ ਸਕਦਾ। ਬਹੁਤ ਚੀਜ਼ਾਂ, ਬਹੁਤ ਓਪਰਚੁਨਿਟੀਜ਼ ਹੈਗੀਆਂ ਜਿਹੜੇ ਕਿ ਬਾਹਰਲੇ ਇੱਥੇ ਆ ਕੇ ਕਰਦੇ ਨੇ। ਆਪਾਂ ਕਿਉਂ ਨਾ ਕਰੀਏ? ਖੁਦ ਕਿਉਂ ਨਾ ਕਰੀਏ? ਬਾਹਰ ਜਦੋਂ ਜਾਣਾ ਜਾਓ ਯਾਰ, ਜੀ ਸਦਕੇ ਜਾਓ, ਪਰ ਇਹ ਸੋਚ ਕੇ ਜਾਇਓ ਕਿ ਉੱਥੇ ਮਾਂ ਨਹੀਂ ਹੈਗੀ ਵਿਹਲਿਆਂ ਨੂੰ ਖਵਾਉਣ ਵਾਲੀ। ਠੀਕ ਹੈ ਮੁਹੱਬਤ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ। ਤੁਹਾਡੇ ਵਿਚਾਰ ਸੁਣ ਕੇ ਬਹੁਤ ਖੁਸ਼ੀ ਹੋਈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਵੇਂ ਕਿ ਤੁਸੀਂ ਨਾਮਣਾ ਖੱਟ ਰਹੇ ਹੋ ਔਰ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਹੇ ਹੋ, ਔਰ ਇਸੇ ਤਰੀਕੇ ਦੇ ਨਾਲ ਤੁਹਾਡੇ ਤੋਂ ਹੋਰ ਨੌਜਵਾਨ ਵੀ ਸੇਧ ਲੈਣਗੇ, ਤੁਹਾਡੇ ਤੋਂ ਮੋਟੀਵੇਟ ਹੋਣਗੇ, ਇੰਸਪੀਰੇਸ਼ਨ ਲੈ ਕੇ ਉਹ ਵੀ ਆਪਣਾ ਫਿਊਚਰ ਜਿਹੜਾ ਆ ਬਰਾਈਟ ਬਣਾਉਣਗੇ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਥੈਂਕ ਯੂ। ਕੀਮਤੀ ਸਮਾਂ ਤੁਹਾਨੂੰ ਦਿੱਤਾ। Thank you so much and God bless you all. Love you all.